ਹੈਲੋ ਸਟੂਡੈਂਟਸ ਟੀਵੀ ਸਕੂਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਸੋ ਪਿਛਲੇ ਲੈਕਚਰ 'ਚ ਆਪਾਂ ਗੱਲ ਕਰ ਰਹੇ ਸੀ ਅਬਾਊਟ ਰੇਡੀਓ ਐਕਟੀਵਿਟੀ। ਸੋ ਰੇਡੀਓ ਐਕਟੀਵਿਟੀ ਦੇ ਵਿੱਚ ਆਪਾਂ ਦੇਖਿਆ ਕਿ ਰੇਡੀਓ ਐਕਟੀਵਿਟੀ ਫਿਨੋਮੀਨਾ ਕੀ ਹੁੰਦਾ ਹੈ ਜਾਂ ਫਿਰ ਆਪਾਂ ਕਿਸ ਤਰ੍ਹਾਂ ਡਿਫਾਈਨ ਕਰ ਸਕਦੇ ਹਾਂ ਰੇਡੀਓ ਐਕਟੀਵਿਟੀ ਨੂੰ, ਜਿਹਦੇ ਵਿੱਚ ਮੈਂ ਦੱਸਿਆ ਸੀ that it is a phenomenon of emission of active radiations। मतलब एक ही एक phenomenon है ਜਿਹਦੇ ਵਿੱਚ ਕੁਝ active radiations emit ਹੁੰਦੀਆਂ ਹਨ ਕੁਝ ਇੱਕ particular elements ਦੇ ਦੁਆਰਾ। ਔਰ ਜਿਹੜੇ ਐਲੀਮੈਂਟਸ ਹੁੰਦੇ ਹਨ ਜਨਰਲੀ ਕਿਹੜੇ ਐਲੀਮੈਂਟਸ ਹੁੰਦੇ ਹਨ? ਹੈਵੀਅਰ ਐਲੀਮੈਂਟਸ, ਮਤਲਬ ਜਿਨ੍ਹਾਂ ਦਾ ਮਾਸ ਨੰਬਰ ਕੀ ਹੁੰਦਾ ਹੈ? ਜ਼ਿਆਦਾ ਹੁੰਦਾ ਹੈ। ਸੋ ਹੈਵੀਅਰ ਐਲੀਮੈਂਟਸ ਕੁਝ ਐਕਟਿਵ ਰੇਡੀਏਸ਼ਨਸ ਨੂੰ ਐਮਿਟ ਕਰਦੇ ਹਨ। ਐਕਟਿਵ ਰੇਡੀਏਸ਼ਨਸ ਦੇ ਵਿੱਚ ਮੈਂ ਦੱਸਿਆ ਕੀ ਕੁਝ ਆ ਸਕਦਾ ਹੈ। ਫॉर एग्जांपल ਦੇ ਕੈਨ ਐਮਿਟ એનર્ਜੀ in the form of electromagnetic waves ਜਾਂ ਫਿਰ એનર્ਜੀ ਦੀ ਜਗ੍ਹਾ ਤੇ ਕੀ ਹੈ ਸਬ ਐਟੋਮਿਕ ਪਾਰਟੀਕਲਸ ਵੀ ਕੀ ਹਨ ਬਾਹਰ ਨਿਕਲ ਸਕਦੇ ਹਨ, ਬਟ ਉਹਨਾਂ ਦੀ ਜਿਹੜੀ ਸਪੀਡ ਹੋਏਗੀ ਉਹ ਕੀ ਹੋਏਗੀ? ਬਹੁਤ ਜ਼ਿਆਦਾ ਹਾਈ ਹੋਏਗੀ ਜਾਂ ਫਿਰ ਬਹੁਤ ਜ਼ਿਆਦਾ એનર્ਜੀ ਹੋਏਗੀ ਉਹਨਾਂ ਦੀ। ਸੋ ਦੈਟ ਇਜ਼ ਰੇਡੀਓ ਐਕਟੀਵਿਟੀ। ਦੈਨ ਆਪਾਂ ਗੱਲ ਕੀਤੀ ਸੀ origin ਦੀ ਕੀ origin ਹੈ ਰੇਡੀਓ ਐਕਟੀਵਿਟੀ ਦਾ। ਬੇਸਿਕਲੀ ਆਪਾਂ ਰੀਜ਼ਨ ਦਿੱਤਾ ਸੀ ਕਿ ਇਹਦੇ ਪਿੱਛੇ ਰਿਸਪੌਂਸਿਬਲ ਕੀ ਹੈ ਕਿ ਜਿਹੜਾ ਨਿਊਕਲੀਅਰ ਹੈ ਉਹ ਅਨਸਟੇਬਲ ਹੁੰਦਾ ਹੈ। ਸੋ ਦੈਟ ਇਜ਼ ਵਾਈ ਉਹ ਕੀ ਹੁੰਦਾ ਹੈ? ਡਿਸਇੰਟੀਗ੍ਰੇਟ ਹੁੰਦਾ ਹੈ। ਸੋ ਉਹਦੇ ਵਿੱਚੋਂ ਕੀ ਹਨ? ਕੁਝ ਰੇਡੀਏਸ਼ਨਸ ਨਿਕਲਦੀਆਂ ਹਨ। ਸੋ ਦੈਟ ਇਜ਼ ਦਾ ਬੇਸਿਕ ਕਾਜ਼। ਔਰ ਜਿਹੜਾ ਨਿਊਕਲੀਅਰ ਅਨਸਟੇਬਲ ਹੁੰਦਾ ਹੈ ਉਹ ਵੀ ਕਿਹਦੇ ਵਿੱਚ ਹੁੰਦਾ ਹੈ? ਜਨਰਲੀ ਹੈਵੀਅਰ ਐਲੀਮੈਂਟਸ ਦੇ ਵਿੱਚ। ਜਿਵੇਂ ਕਿ ਆਪਾਂ ਦੇਖਿਆ ਹੀ ਸੀ ਕਿ ਜੋ ਬਾਈਂਡਿੰਗ એનર્ਜੀ ਕਰਵ ਸੀ ਆਪਣੀ ਐਵਰੇਜ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਨੂੰ ਜਦ ਆਪਾਂ ਪਲਾਟ ਕੀਤਾ ਸੀ ਵਿਦ ਮਾਸ ਨੰਬਰ, ਸੋ ਉਹਦੇ 'ਚ ਆਪਾਂ ਦੇਖਿਆ ਸੀ ਕਿ ਜਿਵੇਂ ਆਪਾਂ ਹੈਵੀਅਰ ਐਲੀਮੈਂਟਸ ਵੱਲ ਜਾ ਰਹੇ ਸੀ, ਮਤਲਬ ਜਿਨ੍ਹਾਂ ਦਾ ਏ ਕੀ ਸੀ ਬਹੁਤ ਜ਼ਿਆਦਾ ਹਾਈ, ਦੈਨ ਉਦੋਂ ਕੀ ਹੈ ਉਹਨਾਂ ਦੀ ਜਿਹੜੀ ਬਾਈਂਡਿੰਗ એનર્ਜੀ ਪਰ ਨਿਊਕਲੀਓਨ ਸੀ ਉਹ ਘਟਦੀ ਜਾ ਰਹੀ ਸੀ। ਘਟਣ ਦਾ ਇਹੀ ਮਤਲਬ ਹੈ ਕਿ ਜਿਹੜਾ ਨਿਊਕਲੀਅਸ ਹੈ ਉਹ ਕੀ ਹੈ? ਅਨਸਟੇਬਲ ਹੁੰਦਾ ਜਾ ਰਿਹਾ ਸੀ। ਦੈਨ ਫਿਰ ਆਪਾਂ ਰੇਡੀਏਸ਼ਨਸ ਦੀ ਗੱਲ ਕੀਤੀ ਸੀ ਕਿ ਰੇਡੀਏਸ਼ਨ ਕਿੰਨੀ ਤਰ੍ਹਾਂ ਦੀ ਹੋ ਸਕਦੀ ਹੈ। ਦੈਟ ਇਜ਼ 3 ਟਾਈਪ ਆਫ ਰੇਡੀਏਸ਼ਨਸ ਆਰ ਦੇਅਰ, ਅਲਫਾ, ਬੀਟਾ ਐਂਡ ਗਾਮਾ। ਦੈਨ ਆਪਾਂ 1 ਬਾਈ 1 ਤਿੰਨਾਂ ਦੀ ਕੀ ਹੈ ਪ੍ਰੋਪਰਟੀਜ਼ ਦੀ ਗੱਲ ਕੀਤੀ ਕਿ ਅਲਫਾ ਦੀਆਂ ਕੀ ਪ੍ਰੋਪਰਟੀਜ਼ ਹਨ, ਜਾਂ ਫਿਰ ਆਪਾਂ ਅਲਫਾ ਨੂੰ ਕੀ ਹੈ ਇੱਕ ਹੀਲੀਅਮ ਨਿਊਕਲੀਅਸ ਦੀ ਤਰ੍ਹਾਂ ਕੀ ਹੈ ਲੈ ਕੇ ਚੱਲਦੇ ਹਾਂ। ਦੈਨ ਬੀਟਾ ਕੀ ਹਨ? these are ਬੀਟਾ ਪਾਰਟੀਕਲ ਕੀ ਹੈ ਇੱਕ ਇਲੈਕਟ੍ਰੋਨ ਨੂੰ ਹੀ ਆਪਾਂ ਬੋਲਦੇ ਹਾਂ। ਸੋ ਬਿਕੋਜ਼ ਉਹਦੀਆਂ ਸੇਮ ਪ੍ਰੋਪਰਟੀ ਸੀਗੀਆਂ ਜੋ ਕਿ ਇਲੈਕਟ੍ਰੋਨ ਦੀਆਂ ਹੁੰਦੀਆਂ ਹਨ। ਔਰ ਦੈਨ ਗਾਮਾ ਕੀ ਸੀ? ਗਾਮਾ ਆਰ ਕੰਸੀਡਰਡ ਐਜ਼ ਦ ਵੇਵਸ, ਬਿਕੋਜ਼ ਉਸ ਦੇ ਕੇਸ ਦੇ ਵਿੱਚ ਕੀ ਹੈ ਜਿਹੜਾ ਗਾਮਾ ਰੇ ਫੋਟੋਨ ਹੈ ਉਹਦਾ ਮਾਸ ਵੀ 0 ਹੈ ਔਰ ਉਹਦਾ ਚਾਰਜ ਵੀ ਨਹੀਂ ਹੈ, ਬਿਕੋਜ਼ ਦੈਟ ਇਜ਼ ਅਨਚਾਰਜਡ, ਔਰ ਉਹ ਟਰੈਵਲ ਵੀ ਕਰਦਾ ਹੈ ਵਿਦ ਦ ਸਪੀਡ ਆਫ ਲਾਈਟ। ਸੋ ਦੈਟ ਇਜ਼ ਵਾਈ ਗਾਮਾ ਰੇਜ਼ ਨੂੰ ਆਪਾਂ ਕੀ ਹੈ ਵੇਵਸ ਦੀ ਤਰ੍ਹਾਂ ਕੰਸੀਡਰ ਕਰਦੇ ਹਾਂ। ਸੋ ਇਹ ਸਾਰੀ ਡਿਸਕਸ਼ਨ ਸੀ ਆਪਣੀ ਅਬਾਊਟ ਰੇਡੀਓ ਐਕਟੀਵਿਟੀ ਤੇ ਉਹਦੀਆਂ ਟਾਈਪਸ। ਹੁਣ ਇਸ ਤੋਂ ਬਾਅਦ ਆਪਣਾ ਚੈਪਟਰ ਦਾ ਅਗਲਾ ਪਾਰਟ ਜੋ ਆਪਾਂ ਹੁਣ ਸਟਾਰਟ ਕਰਨ ਜਾ ਰਹੇ ਹਾਂ, ਜੋ ਕਿ ਮੈਂ ਲਿਖਿਆ ਹੈ ਬੋਰਡ ਤੇ, ਦੈਟ ਇਜ਼ ਲਾਜ਼ ਆਫ ਰੇਡੀਓ ਐਕਟਿਵ ਡਿਸਇੰਟੀਗ੍ਰੇਸ਼ਨ। ਸੋ ਰੇਡੀਓ ਐਕਟਿਵ ਡਿਸਇੰਟੀਗ੍ਰੇਸ਼ਨ ਮੀਨਸ ਹੁਣ ਪਹਿਲਾਂ ਆਪਾਂ ਰੇਡੀਓ ਐਕਟੀਵਿਟੀ ਤਾਂ ਹੀ ਪੜ੍ਹਿਆ ਹੈ ਬਿਕੋਜ਼ ਹੁਣ ਆਪਾਂ ਡਿਸਇੰਟੀਗ੍ਰੇਸ਼ਨ ਬਾਰੇ ਪੜ੍ਹਨਾ ਹੈ ਕਿ ਇੱਕ ਤਾਂ ਰੇਡੀਓ ਐਕਟੀਵਿਟੀ ਪ੍ਰੋਸੈਸ ਹੋ ਰਿਹਾ ਹੈ, ਉਹ ਫਿਨੋਮੀਨਾ ਹੋ ਰਿਹਾ ਹੈ, ਉਹਦੇ ਨਾਲ ਜਿਹੜਾ ਨਿਊਕਲੀਅਸ ਹੈ ਉਹ ਕੀ ਹੈ ਡਿਸਇੰਟੀਗ੍ਰੇਟ ਹੋ ਰਿਹਾ ਹੈ, ਮਤਲਬ ਜਿਹੜਾ ਐਟਮ ਹੈ ਉਹ ਆਪਣੀ ਫਾਰਮ ਚੇਂਜ ਕਰ ਰਿਹਾ ਹੈ ਬਿਕੋਜ਼ ਅੰਦਰੋਂ ਕੀ ਹੈ ਕੁਝ ਨਾ ਕੁਝ ਬਾਹਰ ਇਮਿਟ ਹੋ ਰਿਹਾ ਹੈ ਜਾਂ ਫਿਰ ਨਿਕਲ ਰਿਹਾ ਹੈ in the form of radiations। so ਉਹ ਕੀ ਹੈ ਰੇਡੀਓ ਐਕਟਿਵ ਡਿਸਇੰਟੀਗ੍ਰੇਸ਼ਨ। ਡਿਸਇੰਟੀਗ੍ਰੇਟ ਵੈਸੇ ਜਨਰਲ ਇੰਗਲਿਸ਼ 'ਚ ਮਤਲਬ ਇਹਨੂੰ ਕੀ ਆਪਾਂ ਲੈ ਕੇ ਚੱਲਦੇ ਹਾਂ ਕਿ ਮਤਲਬ ਟੁੱਟਣਾ, ਮਤਲਬ ਉਹ ਚੀਜ਼ ਕੀ ਹੈ ਟੁੱਟ ਰਹੀ ਹੈ ਜਾਂ ਫਿਰ ਉਹਦੇ ਪਾਰਟਸ ਕੀ ਹਨ ਬਿਖਰ ਰਹੇ ਹਨ ਜਾਂ ਅਲੱਗ ਹੋ ਰਹੇ ਹਨ। ਸੋ ਰੇਡੀਓ ਐਕਟਿਵ ਡਿਸਇੰਟੀਗ੍ਰੇਸ਼ਨ ਮੀਨਸ ਕਿ ਜਿਹੜਾ ਨਿਊਕਲੀਆ ਹੈ ਉਹ ਕੀ ਹੈ ਐਕਟਿਵ ਰੇਡੀਏਸ਼ਨਸ ਐਮਿਟ ਕਰ ਰਿਹਾ ਹੈ। ਉਹਦੇ ਨਾਲ ਰਿਲੇਟਡ ਕੀ ਹਨ ਕੁਝ ਲਾਜ਼ ਹਨ। ਸੋ ਇਹ ਲਾਜ਼ ਕਿਹਨਾਂ ਵੱਲੋਂ ਦਿੱਤੇ ਗਏ ਸੀ? 2 ਸਾਇੰਟਿਸਟ ਵਰ ਦੇਅਰ, 2 ਸਾਇੰਟਿਸਟ ਜਿਨ੍ਹਾਂ ਦਾ ਨਾਮ ਹੈ ਸੌਡੀ ਐਂਡ ਰਦਰਫੋਰਡ। ਸੌਡੀ ਐਂਡ ਰਦਰਫੋਰਡ, ਉਹਨਾਂ ਨੇ ਆਪਣੇ ਕੁਝ ਐਕਸਪੈਰੀਮੈਂਟਸ ਦੇ ਥਰੂ ਕੀ ਹੈ ਮਤਲਬ ਉਹਨਾਂ ਨੇ ਐਕਸਪੈਰੀਮੈਂਟਲ ਆਬਜ਼ਰਵੇਸ਼ਨਸ ਦੇ ਥਰੂ ਕੁਝ ਲਾਜ਼ ਬਣਾਏ। ਸੋ ਉਹਨਾਂ ਨੇ ਰੇਡੀਓ ਐਕਟੀਵਿਟੀ ਨੂੰ ਸਟੱਡੀ ਕੀਤਾ ਅਲੱਗ-ਅਲੱਗ ਐਕਸਪੈਰੀਮੈਂਟਸ ਦੇ ਵਿੱਚ, ਔਰ ਉੱਥੋਂ ਕੀ ਹੈ ਜਨਰਲ ਕੁਝ ਲਾਜ਼ ਉਹਨਾਂ ਨੇ ਕੀ ਹਨ ਫਾਰਮੂਲੇਟ ਕਰ ਲਏ, ਬਣਾ ਲਏ। ਸੋ ਉਹ ਲਾਜ਼ ਹੁਣ ਆਪਾਂ ਪੜ੍ਹਨ ਜਾ ਰਹੇ ਹਾਂ 1 ਬਾਈ 1 ਆਪਾਂ ਸਾਰੇ ਲਾਜ਼ ਪੜ੍ਹਾਂਗੇ ਔਰ ਲਾਜ਼ ਸਾਰੇ ਹੀ ਬਹੁਤ ਇੰਪੋਰਟੈਂਟ ਵੀ ਹਨ। ਸੋ ਸਭ ਤੋਂ ਪਹਿਲਾ ਲਾਅ ਜਿਹੜਾ ਆਪਾਂ ਹੁਣ ਪੜ੍ਹਾਂਗੇ ਦੈਟ ਇਜ਼, ਸੋ ਸਭ ਤੋਂ ਪਹਿਲਾਂ ਮੈਂ ਇਹਨੂੰ ਲਿਖਾਂ ਲਾਅ ਕੀ ਹੈ? ਰੇਡੀਓ ਐਕਟੀਵਿਟੀ ਇਜ਼ ਅ ਸਪੌਂਟੇਨੀਅਸ ਫਿਨੋਮੀਨਾ। Radio activity is a spontaneous phenomena या फिर process भी लिख सकते हैं which does not depend upon the external factors like temperature, pressure etc. या कोई भी कोई कंडीशन की है हो सकती है pressure etc.
ਸੋ ਬਹੁਤ ਸਿੰਪਲ ਜੀ ਗੱਲ ਹੈ। ਪਹਿਲਾਂ ਵੀ ਮੈਂ ਦੱਸਿਆ ਤੁਹਾਨੂੰ ਜਦ ਆਪਾਂ ਰੇਡੀਓ ਐਕਟੀਵਿਟੀ ਦੀ ਗੱਲ ਕੀਤੀ ਸੀ ਦੈਟ ਇਟ ਇਜ਼ ਅ ਸਪੌਂਟੇਨੀਅਸ ਫਿਨੋਮੀਨਾ, ਮਤਲਬ ਬਾਹਰੋਂ ਦੀ ਆਪਾਂ ਨੂੰ ਕੀ ਹੈ ਉਹਨੂੰ ਕੋਈ ਫੋਰਸ ਨਹੀਂ ਪ੍ਰੋਵਾਈਡ ਕਰਨੀ ਪੈ ਰਹੀ, ਬਾਹਰੋਂ ਦੀ ਆਪਾਂ ਨੂੰ ਕੀ ਹੈ ਮਤਲਬ ਉਹਨੂੰ ਚਲਾਉਣ ਦੇ ਲਈ ਜਾਂ ਸਟਾਰਟ ਕਰਨ ਦੇ ਲਈ ਬਾਹਰੋਂ ਦੀ ਕੋਈ ਚੀਜ਼ ਨਹੀਂ ਦੇਣੀ ਪੈ ਰਹੀ। ਇਟ ਇਜ਼ ਅ ਸਪੌਂਟੇਨੀਅਸ ਫਿਨੋਮੀਨਾ, ਮਤਲਬ ਆਪਣੇ ਆਪ ਹੋ ਰਿਹਾ ਹੈ। सो विच डज नॉट डिपेंड अपॉन द एक्सटर्नल फैक्टर्स, मतलब टेंपरेचर चेंज होवे या प्रेशर चेंज होवे या कैमिकल कंपोजिशन कोई भी, मतलब बाहरों आपां कोई फैक्टर चेंज करिए ਉਹਦੇ ਨਾਲ ਜਿਹੜਾ रेडियो एक्टिविटी प्रोसैस है ਉਹਦੇ ਤੇ ਕੀ है कोई फर्क नहीं पएगा, बिकॉज ਉਹ ਕੀ है एक स्पॉन्टेनियस प्रोसैस है, अपने आप ही ਹੁੰਦਾ ਜਾ ਰਿਹਾ है। एंड इट ऑल्सो डिपेंड्स अपॉन लॉ ऑफ चांस। लॉ ऑफ चांस की है मतलब ਚਾਂਸ ਤੇ ਡਿਪੈਂਡ ਕਰਦਾ ਹੈ। ਆਪਾਂ ਇਹ ਨਹੀਂ ਦੱਸ ਸਕਦੇ ਕਿ ਕਿਵੇਂ ਕਿਸੇ ਗਿਵਨ ਟਾਈਮ ਇੰਟਰਵਲ ਦੇ ਵਿੱਚ ਇੱਕ ਐਲੀਮੈਂਟ ਦੇ ਵਿੱਚੋਂ ਕਿੰਨੇ ਕੁ ਐਟਮਸ ਡਿਸਇੰਟੀਗ੍ਰੇਟ ਹੋਣਗੇ ਜਾਂ ਫਿਰ ਕਿਹੜੇ ਐਟਮਸ ਡਿਸਇੰਟੀਗ੍ਰੇਟ ਹੋਣਗੇ। ਸੋ ਇਹ ਕੀ ਹੈ ਇੱਕ ਸਪੌਂਟੇਨੀਅਸ ਪ੍ਰੋਸੈਸ ਹੈ ਔਰ ਇਹ ਕੀ ਹੈ ਐਕਸਟਰਨਲ ਫੈਕਟਰਸ ਤੇ ਵੀ ਡਿਪੈਂਡ ਨਹੀਂ ਕਰਦਾ। ਇਹ ਹੈ ਫਰਸਟ ਲॉ। ਸੈਕਿੰਡ, ਸੋ ਡਿਊਰਿੰਗ the disintegration या radioactive disintegration, either a alpha particle or a beta particle, so beta का just symbol use कर रही हैं, beta particle is emitted सो ड्यूरिंग द डिसइंटीग्रेशन या फिर ड्यूरिंग द रेडियोएक्टिव डिसइंटीग्रेशन ਹੁਣ ਅੰਦਰੋਂ ਕੀ ਹੈ ਆਈਦਰ ਅ ਬੀਟਾ ਪਾਰਟੀਕਲ ਔਰ ਆਈਦਰ ਐਨ ਅਲਫਾ ਪਾਰਟੀਕਲ, ਮਤਲਬ ਦੋਨਾਂ ਦੇ ਵਿੱਚੋਂ ਕੋਈ ਇੱਕ ਪਾਰਟੀਕਲ ਜ਼ਰੂਰ ਇਮਿਟ ਹੋਏਗਾ ਜਦੋਂ ਵੀ ਰੇਡੀਓਐਕਟਿਵ ਡਿਸਇੰਟੀਗ੍ਰੇਸ਼ਨ ਹੋ ਰਹੀ ਹੈ, ਮਤਲਬ ਜਾਂ ਅਲਫਾ ਜਾਂ ਬੀਟਾ। ਬਟ ਕੰਡੀਸ਼ਨ ਕੀ ਹੈ ਕਿ ਇੱਕ ਟਾਈਮ ਦੇ ਉੱਪਰ ਅਲਫਾ ਔਰ ਬੀਟਾ ਦੋਨੋਂ ਇਕੱਠੇ ਬਾਹਰ ਨਹੀਂ ਆਉਣਗੇ, ਮੀਨਸ ਸਾਈਮਲਟੇਨੀਅਸਲੀ ਅਲਫਾ ਪਾਰਟੀਕਲ ਐਂਡ ਬੀਟਾ ਪਾਰਟੀਕਲ ਉਹ ਬਾਹਰ ਨਹੀਂ ਆ ਸਕਦੇ, ਦੇ ਕੈਨ ਨਾਟ ਬੀ ਐਮਿਟਡ। ਪਲੱਸ ਇੱਕ ਚੀਜ਼ ਹੋਰ ਹੈ कि अल्फा पार्टिकल की है, मान लो रेडियो एक्टिव डिसइंटीग्रेशन हो रही है और ਉਹਦੇ ਵਿੱਚੋਂ अल्फा पार्टिकल बाहर आया, बट ये भी है कि एक अल्फा पार्टिकल ही बाहर आएगा, मोर देन वन अल्फा पार्टिकल या फिर मोर देन वन बीटा पार्टिकल, ये केस भी की है नहीं पॉसिबल। सो एक तो अपना लॉ की है कि जो भी रेडियो एक्टिव डिसइंटीग्रेशन होएगी या एक अल्फा पार्टिकल इमिट होएगा या एक बीटा पार्टिकल, और नाल दी नाल की है दोनों इकट्ठे कदे नहीं इमिट होंगे, साइमल्टेनियस वाला केस की है पॉसिबल नहीं है। और ये भी चीज़ है कि सिर्फ एक अल्फा पार्टिकल पॉसिबल है या सिर्फ एक कोई बीटा पार्टिकल पॉसिबल है, मोर देन वन पार्टिकल कदे भी की है किसी भी डिसइंटीग्रेशन दे विच इमिट नहीं होंगे। सो दैट इज़ द सैकेंड पॉइंट और वेरी इंपॉर्टेंट पॉइंट भी है। नैक्सट हुण थर्ड लॉ की गल करिए, हुण आपां देखदे हां कि जो अल्फा पार्टिकल इमिट हो रहा है दैन एटम दे विच की चेंज आ रहा है। सो after emitting an alpha particle, the atom gets changed into new one, मतलब एक नवे एटम चेंज होएगा whose mass number will be reduced by 4 atomic number, means Z will be reduced by 2। so ये है अपना नेक्स्ट लॉ, दैट इज आफ्टर emitting an alpha particle, मतलब एक एटम है जिहदी डिसइंटीग्रेशन हो रही है, दैन ਉਹਦੇ ਵਿੱਚੋਂ ਅਲਫਾ ਪਾਰਟੀਕਲ ਲਿਮਿਟ ਹੋਇਆ, दैन ਉਸ ਤੋਂ ਬਾਅਦ ਜਿਹੜਾ ਐਟਮ ਹੈ ਉਹ ਕੀ ਇੱਕ ਨਵੇਂ ਐਟਮ 'ਚ ਚੇਂਜ ਹੋ ਗਿਆ ਬਿਕੋਜ਼ ਉਹਦੇ ਵਿੱਚੋਂ ਕੋਈ ਚੀਜ਼ ਬਾਹਰ ਨਿਕਲੀ ਹੈ। दैन ਜਿਹੜਾ ਨਵਾਂ ਐਟਮ ਹੋਏਗਾ ਉਹ ਕਿੱਦਾਂ ਦਾ ਹੋਏਗਾ, ਉਹਦਾ ਜਿਹੜਾ ਮਾਸ ਨੰਬਰ ਔਰ ਜਿਹੜਾ ਅਟੋਮਿਕ ਨੰਬਰ ਹੋਏਗਾ ਪੁਰਾਣੇ ਵਾਲੇ ਐਟਮ ਨਾਲੋਂ ਕੀ ਹੋਇਆ ਚੇਂਜਡ ਹੋਏਗਾ। ਔਰ ਕਿਸ ਤਰ੍ਹਾਂ ਚੇਂਜ ਹੋਏਗਾ, ਉਹਦਾ ਜਿਹੜਾ ਨਵਾਂ ਮਾਸ ਨੰਬਰ ਹੋਏਗਾ ਉਹ ਕੀ ਹੋਏਗਾ, ਇਟ ਵਿਲ ਬੀ ਰਿਡਿਊਸਡ, मतलब ਘੱਟ ਹੋਏਗਾ। ਕਿੰਨੇ ਫੈਕਟਰ ਨਾਲ ਘੱਟ ਹੋਏਗਾ, ਬਾਈ ਫੈਕਟਰ ਆਫ 4। ਸੋ ਮੰਨ ਲਓ ਪਹਿਲਾਂ ਆਪਣੇ ਕੋਲ ਜੋ ਸੀ ਐਟਮ ਸੀ, ਫॉर एग्जांपल ਉਹਦਾ ਸੀ ਆਪਣੇ ਕੋਲ 14 ਸੀ, मास नंबर इज 14। सो जो हम नवा अपने को एटम आएगा आफ्टर इमिटिंग एन अल्फा पार्टिकल, ਉਹਦਾ मास नंबर की है 4, मतलब आप -4 करांगे, इट विल बी रिड्यूस्ड बाय 4, दैन ਉਹਦਾ मास नंबर की होएगा, दैट विल बी 10। दैन जो अटोमिक नंबर है, अटोमिक नंबर विल बी रिड्यूस्ड बाय 2, मतलब दोनों ਦੇ ਵਿੱਚ ਚੇਂਜ ਆਏਗਾ, ਮਾਸ ਨੰਬਰ ਦੇ ਵਿੱਚ ਵੀ ਔਰ ਐਟੋਮਿਕ ਨੰਬਰ ਦੇ ਵਿੱਚ ਵੀ। ਮਾਸ ਨੰਬਰ ਵਿਲ ਬੀ ਰਿਡਿਊਸਡ ਬਾਈ 4 ਐਂਡ ਐਟੋਮਿਕ ਨੰਬਰ ਵਿਲ ਬੀ ਰਿਡਿਊਸਡ ਬਾਈ 2। ਔਰ ਇਹਦਾ ਰੀਜ਼ਨ ਵੀ ਆਪਾਂ ਕੀ ਹੈ ਦੇਖ ਸਕਦੇ ਹਾਂ ਕਿ ਕਿਉਂ ਇਦਾਂ ਹੁੰਦਾ ਹੈ, ਬਿਕੋਜ਼ ਜਦ ਅਲਫਾ ਪਾਰਟੀਕਲ ਲਿਮਿਟ ਹੋ ਰਿਹਾ ਹੈ
ਕੱਲ ਜਦ ਆਪਾਂ ਪ੍ਰੋਪਰਟੀਜ਼ ਕਰ ਰਹੇ ਸੀ ਮੈਂ ਦੱਸਿਆ ਸੀ ਕਿ ਅਲਫਾ ਪਾਰਟੀਕਲ ਨੂੰ ਆਪਾਂ ਲੈ ਕੇ ਚੱਲਦੇ ਹਾਂ that it is considered as a helium nucleus. So helium nucleus ਦੇ ਵਿੱਚ ਕੀ ਹੈ helium nucleus. so ਉਹਨੂੰ ਆਪਾਂ ਇਸ ਤਰ੍ਹਾਂ ਸ਼ੋ ਕਰਦੇ ਹਾਂ helium nucleus. ਸੋ ਐਟਮ ਨੂੰ ਵੀ ਆਪਾਂ ਇਦਾਂ ਹੀ ਕੰਸੀਡਰ ਕਰਦੇ ਹਾਂ ਬਟ ਉਹ ਵਾਲਾ ਐਟਮ ਜਿਹਦੇ ਵਿੱਚ ਇਲੈਕਟ੍ਰੋਨਸ ਨਹੀਂ ਹਨ. ਸੋ ਜਸਟ ਆਪਾਂ ਕੀ ਹੈ ਹੁਣ ਇੱਥੇ ਗੱਲ ਕਰ ਰਹੇ ਹਾਂ ਉਹਦੇ ਮਾਸ ਨੰਬਰ ਦੀ ਔਰ ਉਹਦੇ ਐਟੋਮਿਕ ਨੰਬਰ ਦੀ. ਸੋ ਜਦ ਇੱਕ ਐਟਮ ਉਹਦੇ ਡਿਸਇੰਟੀਗ੍ਰੇਸ਼ਨ ਹੋਈ ਮੰਨ ਲਓ ਆਪਣੇ ਕੋਲ ਸੀ x ਔਰ ਆਫਟਰ ਡਿਸਇੰਟੀਗ੍ਰੇਸ਼ਨ ਆਪਾਂ ਨੂੰ ਮਿਲ ਰਿਹਾ ਹੈ y ਔਰ ਨਾਲ ਕੀ ਆ ਰਿਹਾ ਹੈ ਆਪਣੇ ਕੋਲ ਇੱਕ ਅਲਫਾ ਪਾਰਟੀਕਲ. ਸੋ ਇਨੀਸ਼ੀਅਲੀ ਇਹਦਾ ਮਾਸ ਨੰਬਰ ਸੀ a, ਐਟੋਮਿਕ ਨੰਬਰ ਸੀ z. ਦੈਨ ਹੁਣ ਆਪਣੇ ਕੋਲ ਜਿਹੜਾ ਇੱਥੇ ਨਵਾਂ ਐਟਮ ਬਣ ਰਿਹਾ ਹੈ ਦੈਨ ਉਹਦਾ ਮਾਸ ਨੰਬਰ ਕੀ ਹੋਏਗਾ that will be a/4 and z-2. ਇਸ ਤਰ੍ਹਾਂ ਕਿਉਂ such that ਦੋਨੋਂ ਸਾਈਡ ਤੇ ਜਿਹੜਾ ਆਪਣਾ ਮਾਸ ਨੰਬਰ ਔਰ ਜਿਹੜਾ ਐਟੋਮਿਕ ਨੰਬਰ ਹੋਵੇ ਦੋਨੋਂ ਸਾਈਡ ਤੇ ਬੈਲੈਂਸਡ ਰਹਿਣਾ ਚਾਹੀਦਾ ਹੈ. ਹੁਣ ਜਦ ਆਪਾਂ ਇੱਥੇ ਦੇਖਾਂਗੇ a-4 + 4 ਸੋ ਟੋਟਲ ਕਿੰਨਾ ਆਏਗਾ ਕੈਪੀਟਲ A, z-2 + 2 ਟੋਟਲ ਕਿੰਨਾ ਆਏਗਾ that will be capital Z. ਸੋ ਦੋਨੋਂ ਸਾਈਡ ਤੇ ਬੈਲੈਂਸਡ ਰੱਖਣ ਦੇ ਲਈ ਆਪਣਾ ਜਿਹੜਾ ਨਵਾਂ ਡਾਟਰ ਐਟਮ ਬਣ ਰਿਹਾ ਹੈ ਸੋ ਪੇਰੈਂਟ ਤੋਂ ਇੱਕ ਡਾਟਰ ਐਲੀਮੈਂਟ ਆਇਆ ਉਹਦਾ ਜਿਹੜਾ ਮਾਸ ਨੰਬਰ ਤੇ ਐਟੋਮਿਕ ਨੰਬਰ ਹੈ ਇਸ ਕਰਕੇ ਰਿਡਿਊਸ ਹੋ ਰਿਹਾ ਹੈ ਸੋ ਦੈਟ ਦੋਨੋਂ ਸਾਈਡ ਕੀ ਹੈ ਬੈਲੈਂਸਡ ਰਹਿਣ ਮਾਸ ਨੰਬਰ ਵੀ ਔਰ ਐਟੋਮਿਕ ਨੰਬਰ ਵੀ. ਸੋ ਇਸ ਤੋਂ ਬਾਅਦ ਆਪਣਾ ਨੈਕਸਟ ਲਾਅ ਹੁਣ ਆਪਾਂ ਗੱਲ ਕਰਾਂਗੇ ਜਦ ਇੱਕ ਬੀਟਾ ਪਾਰਟੀਕਲ ਇਮਿਟ ਹੋ ਰਿਹਾ ਹੈ ਦੈਨ ਕੀ ਚੇਂਜ ਆਏਗਾ. ਸੋ ਆਫਟਰ ਇਮਿਟਿੰਗ ਐਨ ਬੀਟਾ ਪਾਰਟੀਕਲ after emitting a beta particle the atom will get changed into another atom whose atomic number will be raised by 1 and the mass number will remain unchanged. So ਇਹ ਹੈ ਆਪਣਾ ਨੈਕਸਟ ਲਾਅ. ਸੋ ਹੁਣ ਆਪਾਂ ਕਿਹੜਾ ਕੇਸ ਲੈ ਰਹੇ ਹਾਂ ਕਿ ਜਦੋਂ ਆਪਣੀ ਰੇਡੀਓਐਕਟਿਵ ਡਿਸਇੰਟੀਗ੍ਰੇਸ਼ਨ ਹੋਈ ਦੈਨ ਜਿਹੜਾ ਐਟਮ ਹੈ ਉਹਨੇ ਕੀ ਇਮਿਟ ਕੀਤਾ ਇੱਕ ਬੀਟਾ ਪਾਰਟੀਕਲ ਦੇ ਇਮਿਸ਼ਨ ਤੋਂ ਬਾਅਦ ਆਪਣੇ ਕੋਲ ਕੀ ਹੈ ਇੱਕ ਨਵਾਂ ਐਟਮ ਆਇਆ ਦੈਨ ਉਹਦਾ ਜਿਹੜਾ ਮਾਸ ਨੰਬਰ ਔਰ ਜਿਹੜਾ ਐਟੋਮਿਕ ਨੰਬਰ ਹੋਏਗਾ ਉਹਦੇ 'ਚ ਕੀ ਚੇਂਜਸ ਆਉਣਗੇ. ਸੋ ਅਕੋਰਡਿੰਗ ਟੂ ਦਿਸ ਲਾਅ ਜਿਹੜਾ ਉਹਦਾ ਐਟੋਮਿਕ ਨੰਬਰ ਹੋਏਗਾ that will be raised by 1. raised means ਜਿਹੜਾ ਪਹਿਲਾ ਐਟੋਮਿਕ ਨੰਬਰ ਸੀ ਉਹਦੇ ਵਿੱਚ ਇੱਕ ਐਡ ਹੋ ਜਾਏਗਾ. ਮੰਨ ਲਓ ਪੁਰਾਣਾ ਸੀ ਆਪਣੇ ਕੋਲ 12 ਐਟੋਮਿਕ ਨੰਬਰ ਮੀਨਸ z ਦੀ ਵੈਲਿਊ ਹੈ 12 ਲੇਕਿਨ ਜੋ ਆਪਣੇ ਕੋਲ ਹੁਣ ਨਵਾਂ ਐਟਮ ਬਣਿਆ ਆਫਟਰ ਦ ਇਮਿਸ਼ਨ ਆਫ ਬੀਟਾ ਪਾਰਟੀਕਲ ਦੈਨ ਉਹਦਾ ਜਿਹੜਾ ਐਟੋਮਿਕ ਨੰਬਰ ਹੋਏਗਾ that will be 12 + 1 13 ਐਂਡ ਮਾਸ ਨੰਬਰ ਮੈਂ ਕੀ ਲਿਖਿਆ ਹੈ that the mass number that will remain unchanged ਮਤਲਬ ਉਹਦੇ ਮਾਸ ਨੰਬਰ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਏਗਾ. ਸੋ ਇਹ ਕਿਉਂ ਹੁੰਦਾ ਹੈ ਬਿਕੋਜ਼ ਇਹਦੀ ਐਕਸਪਲੇਨੇਸ਼ਨ ਮੈਂ ਦਿੱਤੀ ਬਿਕੋਜ਼ ਜਦ ਇੱਕ ਅਲਫਾ ਰਿਲੀਜ਼ ਹੋਇਆ ਮੀਨਸ ਆਪਣੇ ਕੋਲ ਇੱਕ ਹੀਲੀਅਮ ਨਿਊਕਲੀਅਸ ਸੀ ਸੋ that is why a-4 and z-2. ਇਸ ਕੇਸ ਦੇ ਵਿੱਚ ਕੀ ਹੈ ਜਦੋਂ ਇੱਕ ਬੀਟਾ ਇਮਿਟ ਹੋ ਰਿਹਾ ਹੈ ਬੀਟਾ ਮੀਨਸ ਇਲੈਕਟ੍ਰੋਨ ਸੋ ਇਹਨੂੰ ਆਪਾਂ ਰਿਲੇਟ ਕਰ ਸਕਦੇ ਹਾਂ ਇਸ ਤਰ੍ਹਾਂ. ਸੋ ਦਿਸ ਇਜ਼ ਪੇਰੈਂਟ ਐਟਮ ਡਾਟਰ ਐਟਮ ਦੈਨ ਆਪਣੇ ਕੋਲ ਕੀ ਇਮਿਟ ਹੋਇਆ ਇੱਕ ਬੀਟਾ ਪਾਰਟੀਕਲ. ਸੋ ਬੀਟਾ ਪਾਰਟੀਕਲ ਦੀ ਜਗ੍ਹਾ ਮੈਂ ਇੱਕ ਇਲੈਕਟ੍ਰੋਨ ਲਿਖਣ ਜਾ ਰਹੀ ਹਾਂ ਇਲੈਕਟ੍ਰੋਨ. ਸੋ ਜਿਹਦਾ ਮਾਸ ਨੰਬਰ ਕੀ ਹੈ 0 ਬਿਕੋਜ਼ ਨੰਬਰ ਆਫ ਪ੍ਰੋਟੋਨਸ ਨਿਊਟਰੋਨਸ ਉਹਨੂੰ ਹੀ ਆਪਾਂ ਮਾਸ ਨੰਬਰ ਬੋਲਦੇ ਹਾਂ. ਇੱਥੇ 0 ਬਟ ਉਹਦਾ ਚਾਰਜ ਕੀ ਹੁੰਦਾ ਹੈ 1 ਯੂਨਿਟ ਆਫ ਨੈਗੇਟਿਵ ਚਾਰਜ. ਹੁਣ ਇਹਦੇ ਅਕੋਰਡਿੰਗਲੀ ਆਪਣੇ ਕੋਲ ਅਗਰ ਪਹਿਲਾਂ ਇਹ ਚੀਜ਼ ਸੀ ਸੋ A is the mass number, Z is the atomic number, then ਜਿਹੜੇ ਆਪਣੇ ਕੋਲ ਡਾਟਰ ਐਟਮ ਆ ਰਿਹਾ ਹੈ ਇਸ ਅਕੋਰਡਿੰਗਲੀ ਇਹਦਾ ਮਾਸ ਨੰਬਰ ਕੀ ਹੋਏਗਾ ਅਗੇਨ A such that ਇਹਦਾ ਸਮ ਕੀ ਬਣੇਗਾ A + 0 A ਔਰ ਨੀਚੇ ਆਪਾਂ ਕੀ ਲਿਖੀਏ so that ਇਹਦਾ ਸਮ Z ਦੇ ਬਰਾਬਰ ਆਵੇ. so I will write Z + 1. so Z + 1 - 1 ਕੀ ਆਏਗਾ Z means ਦੋਨੋਂ ਸਾਈਡ ਕੀ ਹੈ ਆਪਣਾ ਮਾਸ ਨੰਬਰ ਤੇ ਐਟੋਮਿਕ ਨੰਬਰ ਬੈਲੈਂਸਡ ਰਹਿਣਾ ਚਾਹੀਦਾ ਹੈ. so that is why ਜਿਹੜਾ ਆਪਣੇ ਕੋਲ ਇੱਥੇ ਡਾਟਰ ਐਟਮ ਬਣ ਰਿਹਾ ਹੈ ਨਵਾਂ ਐਟਮ ਉਹਦੇ ਵਿੱਚ ਜਿਹੜਾ ਮਾਸ ਨੰਬਰ ਹੈ that remains unchanged A ਦਾ A ਹੀ ਰਿਹਾ ਬਟ ਜਿਹੜਾ ਐਟੋਮਿਕ ਨੰਬਰ ਹੈ that gets raised by 1. ਸੋ ਇਹ ਰੀਜ਼ਨ ਹੈ. ਸੋ ਨਾਲ ਦੀ ਨਾਲ ਬਿਕੋਜ਼ ਅਗਰ ਆਪਾਂ ਇਸ ਤਰ੍ਹਾਂ ਯਾਦ ਰੱਖਾਂਗੇ ਦੈਨ ਇਹਦੇ ਵਿੱਚ ਆਪਾਂ ਨੂੰ ਕਦੇ ਕੋਈ ਕਨਫਿਊਜ਼ਨ ਨਹੀਂ ਹੋਏਗੀ ਬਿਕੋਜ਼ ਇਹਦੇ ਵਿੱਚ ਜਨਰਲੀ ਬੱਚੇ ਕਨਫਿਊਜ਼ ਹੋ ਜਾਂਦੇ ਹਨ ਕਿ reduced by 4 ਜਾਂ raised by 4 ਕੀ ਘਟਾਉਣਾ ਹੈ ਜਾਂ ਕੀ ਵਧਾਉਣਾ ਹੈ.
सो अगर आप इस तरह याद रखांगे कि इत्थे की है एक हीलियम न्यूक्लियस इमिट हो रहा है मीनस अल्फा पार्टिकल और इत्थे की है एक बीटा मीनस एक इलैक्ट्रॉन इमिट हो रहा है दैन ਆਪਾਂ ਉਹਦੇ ਨਾਲ ਕੀ ਹੈ याद रख सकते हाँ कि कित्थे की वेरीएशन आनी है दैन ये सी अपना फोर्थ लॉ इस तो बाद एक लॉ अपना होर है वो मैं इस तो बाद लिखन जा रही हाँ पहला आप चारों एक बार फिर देखिए रेडियो एक्टिविटी इज़ अ स्पॉन्टेनियस प्रोसेस सो मीनस अपने आप ही होंदा है बाहरों कोई एक्सटर्नल फोर्स की ज़रूरत नहीं है विच डज नॉट डिपेंड अपॉन एक्सटर्नल फैक्टर्स लाइक टैंपरेचर और प्रेशर मतलब उन्होंने चेंज होने के नाल रेडियो एक्टिविटी के प्रोसेस कोई फर्क नहीं पैंदा During the disintegration process, either an alpha particle or either an beta particle दोनों चो कोई एक emit होएगा दोनों इकट्ठे कदे भी emit नहीं होंगे या फिर एक तो ज़्यादा अल्फा या एक तो ज़्यादा बीटा भी कदे भी emit नहीं होंगे जब अल्फा पार्टिकल emit हो रहा है then अपने को जड़ा नवा एटम बन रहा है उदा मास नंबर की है that will be reduced by 4 और जड़ा उदा atomic number है that will be reduced by 2 दैन जो एक बीटा पार्टिकल इमिट हो रहा है उस टाइम ते की है जड़ा नवा एटम बनया ਉਹਦਾ मास नंबर चेंज नहीं होएगा बिल्कुल सेम रहेगा लेकिन जड़ा ਉਹਦਾ एटॉमिक नंबर है दैट विल बी रेज्ड बाय 1 रेज्ड मींस ਵਧੇਗਾ सो इस तो बाद अपन नेक्स्ट अपने फिफ्थ ते मोस्ट इंपॉर्टेंट लॉ की गल करिए सो ये है अपना फिफ्थ लॉ सो देखिए की कह रहा है द नंबर ऑफ एटम्स डिसइंटीग्रेटेड पर सैकेंड मतलब एक सैकेंड दे विच जिन्ने एटम्स डिसइंटीग्रेट हो रहे हैं एट एनी इंस्टेंट मतलब किसी भी टाइम पे आप ये चीज़ नोट कर सकते हैं एट एनी इंस्टेंट इज डायरेक्टली प्रोपोर्शनल मतलब डायरेक्टली सीधा सीधा की थे डिपेंड कर रहा है टू द नंबर ऑफ रेडियो एक्टिव एटम्स प्रेजेंट इन द सैंपल एट दैट टाइम मतलब एक्चुअली उदों किन्ने अपने कोल एटम्स उत्थे प्रेजेंट सी या फिर आप इत्थे एक्चुअली वर्ड भी लिख सकते हैं एक्चुअली प्रेजेंट इन द सैंपल एट दैट टाइम सो हुणे दा की मतलब बनया कि आप किसी एक टाइम इंटरवल ते ये चीज़ चेक की कि पर सैकेंड जिहड़े नंबर ऑफ एटम्स हैं डिसइंटीग्रेट हो रहे हैं लेकिन किन्ने एटम्स डिसइंटीग्रेट हो रहे हैं वो किस चीज़ से डिपेंड करता है कि उस टाइम के उपर उस सैंपल असल दे विच एटम्स प्रेजेंट किन्ने सी सो एक बार फिर रिपीट करा कि अपने कोल सैंपल दे विच की है कुछ नंबर ऑफ एटम्स प्रेजेंट हैं दैन आपा की है एक कुछ एक टाइम इंटरवल ते नोट किया कि नंबर ऑफ एटम्स डिसइंटीग्रेटेड पर सैकेंड किन्ने हो सकते हैं एक सैकेंड किन्ने एटम्स डिसइंटीग्रेट होणगे डिपेंड किदे ते करता है कि असल दे विच सैंपल्स रेडियो एक्टिव एटम्स पए किन्ने ने उस टाइम दे उपर then this law because very important law है इन्हों आप एक होर नाम देता है this is called the radioactive decay law this law is called radioactive decay law एंड बहुत इंपॉर्टेंट है जनरली या तो अपने कोल की है क्वेश्चन आता है लॉज ऑफ रेडियो एक्टिव डिसइंटीग्रेशन जिहदे विच आपां सारियां दी गल करते हैं या अलग तो भी की है इदां पूछा जा सकता है कि रेडियो एक्टिव डिके लॉ किहड़ा है दैन आपां सिर्फ की है इसी लॉ की गल करांगे और इनू की है एक्सप्लेन करांगे हुण अपने कोल एक की है एक मैथमैटिकल एक्सप्रैशन है सो आपां हुण वो शुरू करते हैं सो इस लॉ के बेसिस उपर ही सो हुण स्टार्ट करिए कि अपने कोल एक सैंपल है उहदे विच की है अपने कोल n नॉट नंबर ऑफ एटम्स हैं at time t equals to 0 हुण t equals to 0 टाइम की है जिहड़ा इनिशियल टाइम है इनिशियल टाइम मीनस जब जस्ट अपने कोल की है वो वाला रेडियो एक्टिव जिहड़ा सैंपल है रिसीव होया है सो ओदी हजे कोई डिसइंटीग्रेशन नहीं हुई है सो एट दैट टाइम ओनू आपां लिख रहे हैं एट टाइम t इज इक्वल टू 0 सो उस टाइम दे उपर अपने कोल जिहड़े रेडियो एक्टिव एटम्स प्रेजेंट ने जिन्हां दी हजे कोई डिसइंटीग्रेशन नहीं हुई सो नंबर ऑफ रेडियो एक्टिव एटम्स प्रेजेंट इनिशियली शुरू दे विच जदों टाइम कितना है 0 उन्होंने आप बोल रहे हैं n नॉट दैन मैं लिखन जा रही हूँ कैपिटल N एक ही है नंबर ऑफ एटम्स लेफ्ट अनडिकेड नंबर ऑफ एटम्स लेफ्ट अनडिकेड आफ्टर टाइम t आफ्टर टाइम t मीन्स हुण t इज इक्वल्स टू 0 वो किसी इनिशियल पॉइंट से अपने को हुण आफ्टर टाइम t है अपने को n नंबर ऑफ एटम्स बच रहे हैं जिन्हां दी डिसइंटीग्रेशन नहीं हुई है या फिर वो डिके नहीं हुए सो अपने को आफ्टर टाइम t जिन्ने एटम्स बचे उन्होंने मैं लिख रही हाँ कैपिटल N दे नाल दैन हुण मैं लिख रही हाँ DN सो DN की है दैट इज द स्मॉल अमाउंट ऑफ एटम्स जिहड़े डिसइंटीग्रेट हो गए बहुत छोटे जे टाइम इंटरवल दे विच सो DN की है स्मॉल amount या small number of atoms which get decayed during time interval dt
ਸੋ ਇਨੀਸ਼ੀਅਲੀ ਸੀ ਆਪਣੇ ਕੋਲ n ਨॉट, ਆਫਟਰ ਟਾਈਮ t ਆਪਣੇ ਕੋਲ ਬਚੇ ਕੈਪੀਟਲ n ਜਿਹੜੇ ਡਿਕੇ ਨਹੀਂ ਹੋਏ, ਸੋ ਅਨਡਿਕੇਡ ਐਟਮਸ ਨੇ ਕੈਪੀਟਲ n, ਔਰ ਛੋਟੇ ਜਿਹੇ ਟਾਈਮ ਇੰਟਰਵਲ ਦੇ ਵਿੱਚ dt ਟਾਈਮ ਇੰਟਰਵਲ ਦੇ ਵਿੱਚ ਜਿੰਨੇ ਐਟਮਸ ਆਪਣੇ ਡਿਸਇੰਟੀਗ੍ਰੇਟ ਹੋ ਗਏ ਜਾਂ ਫਿਰ ਡਿਕੇ ਹੋ ਗਿਆ ਜਿਨ੍ਹਾਂ ਦਾ, ਉਹ ਕਿੰਨੇ ਨੇ, dn। ਦੈਨ ਆਪਾਂ ਇੱਥੋਂ ਲਿਖ ਸਕਦੇ ਹਾਂ the rate of disintegration, rate of disintegration, ਸੋ ਆਪਾਂ ਇਹਨੂੰ ਲਿਖਾਂਗੇ, so dn number of atoms get decayed in time dt, so rate ਕੀ ਆਏਗਾ, minus dn by dt। so with respect to time ਆਪਣੇ number of atoms ਕੀ ਹਨ, they are getting decayed, so minus sign ਨਾਲ minus sign ਮੈਂ show ਕੀਤਾ ਹੈ। minus sign ਦਾ ਕੀ ਮਤਲਬ ਹੈ ਇੱਥੇ ਕਿ ਜਿਹੜੇ ਆਪਣੇ ਕੋਲ undecayed atoms ਬਚੇ ਹਨ ਕੈਪੀਟਲ n with respect to time ਜਾਂ with the passage of time, ਜਿਵੇਂ ਜਿਵੇਂ ਟਾਈਮ ਬੀਤਦਾ ਜਾਏਗਾ ਉਵੇਂ ਉਵੇਂ ਉਹਦਾ ਨੰਬਰ ਕੀ ਹੈ, ਡਿਕਰੀਜ਼ ਹੁੰਦਾ ਜਾਏਗਾ ਜਾਂ ਫਿਰ ਘਟਦਾ ਜਾਏਗਾ। that is why ਨਾਲ ਆਪਾਂ ਕੀ ਯੂਜ਼ ਕੀਤਾ ਹੈ ਇੱਥੇ ਮਾਈਨਸ ਸਾਈਨ। ਸੋ ਰੇਟ ਆਫ ਡਿਸਇੰਟੀਗ੍ਰੇਸ਼ਨ ਆ ਗਿਆ ਮਾਈਨਸ dn by dt, ਸੋ ਮੰਨ ਲਓ that is capital R, rate of disintegration। ਹੁਣ ਆਪਾਂ ਵਾਪਸ ਆਈਏ ਰੇਡੀਓ ਐਕਟਿਵ ਡਿਕੇ ਲਾਅ ਤੇ। ਇਹਦੇ ਅਕੋਰਡਿੰਗਲੀ ਇਹ ਕੀ ਕਹਿ ਰਿਹਾ ਹੈ, the rate of disintegration that is directly proportional, ਕਿਹਦੇ ਤੇ ਡਿਪੈਂਡ ਕਰਦਾ ਹੈ ਕਿ ਉਸ ਟਾਈਮ ਦੇ ਉੱਪਰ ਸੈਂਪਲ 'ਚ ਕਿੰਨੇ ਐਟਮਸ ਤੁਹਾਡੇ ਕੋਲ ਪਏ ਨੇ। ਸੋ ਮੈਂ ਇਹਨੂੰ ਲਿਖ ਰਹੀ ਹਾਂ minus dn by dt is directly proportional, ਸੋ ਲਾਅ ਨੂੰ ਹੀ ਮੈਂ ਇੱਥੇ ਕੀ ਹੈ ਐਕਸਪ੍ਰੈਸ਼ਨ ਫਾਰਮ 'ਚ ਲਿਖ ਰਹੀ ਹਾਂ, proportional to capital N, because after time t ਆਪਣੇ ਕੋਲ ਸੈਂਪਲਸ ਕਿੰਨੇ ਐਟਮਸ ਬਚੇ ਨੇ, ਕੈਪੀਟਲ n। ਸੋ ਇਹ ਮੈਂ ਲਿਖਿਆ ਹੈ ਫਰੋਮ ਦਾ ਰੇਡੀਓਐਕਟਿਵ ਡਿਕੇ ਲਾਅ। ਅਗਰ ਪ੍ਰੋਪੋਰਸ਼ਨੈਲਿਟੀ ਦਾ ਸਾਈਨ ਹਟਾਉਣਾ ਹੋਵੇ, ਸੋ ਆਪਣੇ ਕੋਲ ਆਏਗਾ ਇੱਕ ਕਾਂਸਟੈਂਟ, ਸੋ that is lambda ਨਾਲ n as it is। ਸੋ ਇੱਥੇ ਕੀ ਕੀਤਾ ਮੈਂ, ਸਾਈਨ ਹਟਾਇਆ, ਇਕੁਅਲ ਟੂ ਲਿਆਉਣ ਦੇ ਲਈ ਨਾਲ ਹਮੇਸ਼ਾ ਕੀ ਆਉਂਦਾ ਹੈ ਜਦੋਂ ਆਪਾਂ ਕਾਂਸਟੈਂਟ, ਜਦੋਂ ਆਪਾਂ ਸਾਈਨ ਹਟਾਉਂਦੇ ਆ ਪ੍ਰੋਪੋਰਸ਼ਨੈਲਿਟੀ ਦਾ, ਆਪਣੇ ਕੋਲ ਇੱਥੇ ਇੱਕ ਪ੍ਰੋਪੋਰਸ਼ਨੈਲਿਟੀ ਕਾਂਸਟੈਂਟ ਆਉਂਦਾ ਹੈ। ਸੋ ਇਸ ਕੇਸ ਦੇ ਵਿੱਚ ਉਹ ਕੀ ਹੈ, ਲੈਮਡਾ, where lambda is called disintegration constant ਜਾਂ ਫਿਰ decay constant, and that is very important, disintegration constant ਜਾਂ ਫਿਰ ਇਹਨੂੰ ਨਾਮ ਦਿੱਤਾ ਜਾਂਦਾ ਹੈ decay constant ਦਾ। ਔਰ ਇਹ ਕੀ ਹੈ, ਇੱਕ ਬਹੁਤ ਇੰਪੋਰਟੈਂਟ ਪੈਰਾਮੀਟਰ ਹੈ, ਜਨਰਲੀ ਇਹ ਨਿਊਮੈਰੀਕਲਸ ਦੇ ਵਿੱਚ ਬਹੁਤ ਯੂਜ਼ ਹੁੰਦਾ ਹੈ, ਔਰ ਇਹਦੀ ਵੈਲਿਊ ਵੀ ਕੀ ਹੈ ਆਪਾਂ ਅੱਗੇ ਕੈਲਕੂਲੇਟ ਕਰਾਂਗੇ। ਸੋ ਮਾਈਨਸ dn by dt is lambda r, ਸੋ ਇੱਥੋਂ ਦੀ ਆਪਾਂ ਲਿਖ ਸਕਦੇ ਹਾਂ r is equal to minus dn by dt, ਔਰ ਇਹਦੀ ਵੈਲਿਊ ਕਿੰਨੀ ਕੱਢੀ ਹੈ ਆਪਾਂ, lambda into n। ਹੁਣ ਆਪਾਂ ਸਿਰਫ ਇਸ ਪੋਰਸ਼ਨ ਨੂੰ ਅੱਗੇ ਲੈ ਕੇ ਚੱਲੀਏ। ਸੋ ਇਹਨੂੰ ਸੋਲਵ ਕਰਨ ਦੇ ਲਈ ਮੈਂ ਕੀ ਕਰ ਰਹੀ ਹਾਂ, n ਵਾਲੇ ਸਾਰੀਆਂ ਟਰਮਸ ਇੱਕ ਸਾਈਡ, ਸੋ ਇਹਨੂੰ ਮੈਂ ਲਿਖਣ ਜਾ ਰਹੀ ਹਾਂ ਮਾਈਨਸ dn, ਸੋ ਇੱਥੋਂ ਜਿਹੜਾ n ਸੀ ਇਹਦੇ ਡਿਨੋਮੀਨੇਟਰ ਦੇ ਵਿੱਚ, ਔਰ ਜੋ dt ਸੀ ਦੂਸਰੀ ਸਾਈਡ ਜਾ ਰਿਹਾ ਹੈ, lambda dt। ਸੋ ਆਪਣੇ ਕੋਲ ਫਿਲਹਾਲ ਕੀ ਹੈ, ਇਹ ਟਰਮ ਬਣੀ ਹੈ। ਸੋ ਅੱਗੇ ਇਹਨੂੰ ਸੋਲਵ ਕਰਨ ਦੇ ਲਈ ਆਪਾਂ ਕੀ ਕਰਾਂਗੇ, minus dn by n is equals to lambda dt, ਨੈਗੇਟਿਵ ਸਾਈਡ ਵੀ ਆਪਾਂ ਕੀ ਹੈ, ਨੈਗੇਟਿਵ ਸਾਈਨ ਵੀ ਅਗਰ ਆਪਾਂ ਇੱਧਰ ਲਿਖ ਲਈਏ, ਸੋ ਆਪਣੇ ਕੋਲ ਕੀ ਹੈ, dn by n is equals to minus lambda dt। now integrating both sides, ਹੁਣ dt and dn ਕੀ ਹੈ, for small change, small time interval ਦੇ ਲਈ ਆਪਣਾ ਜਿਹੜੇ ਨੰਬਰ ਆਫ ਐਟਮਸ ਡਿਸਇੰਟੀਗ੍ਰੇਟ ਹੋਏ dn। ਹੁਣ ਅਗਰ ਆਪਾਂ ਪੂਰਾ ਪ੍ਰੋਸੈਸ ਦੇਖਣਾ ਹੋਵੇ ਕਿ ਡਿਊਰਿੰਗ ਟਾਈਮ t, ਟਾਈਮ ਇਜ਼ ਇਕੁਅਲਸ ਟੂ 0 ਤੋਂ ਲੈ ਕੇ ਟਾਈਮ ਇਜ਼ ਇਕੁਅਲਸ ਟੂ t ਤੱਕ ਆਪਣੇ ਕੋਲ ਪੂਰੇ ਪ੍ਰੋਸੈਸ ਦੇ ਵਿੱਚ ਕੀ ਰਿਜ਼ਲਟ ਆਏਗਾ, ਦੈਨ ਆਪਾਂ ਕੀ ਕਰਾਂਗੇ, ਇੰਟੀਗ੍ਰੇਸ਼ਨ। ਸੋ ਇੰਟੀਗ੍ਰੇਸ਼ਨ ਕਰਨ ਤੇ ਆਪਣੇ ਕੋਲ ਆਏਗਾ ਇੰਟੀਗ੍ਰੇਸ਼ਨ ਆਫ dn by n, ਇੰਟੀਗ੍ਰੇਸ਼ਨ ਆਫ ਮਾਈਨਸ ਲੈਮਡਾ dt। ਮਾਈਨਸ ਔਰ ਲੈਮਡਾ ਕੀ ਹੈ, ਇੰਟੀਗ੍ਰੇਸ਼ਨ ਸਾਈਨ ਤੋਂ ਬਾਹਰ ਆ ਸਕਦੇ ਹਨ। ਇੱਧਰ ਮੈਥਸ ਦੇ ਵਿੱਚ ਤੁਸੀਂ ਫਾਰਮੂਲਾਸ ਪੜ੍ਹੇ ਹੋਣਗੇ। ਹੁਣ 1 by n ਦੇ ਵਿਦ ਰਿਸਪੈਕਟ ਟੂ ਇੰਟੀਗ੍ਰੇਸ਼ਨ ਹੋ ਰਹੀ ਹੈ, ਦੈਨ 1 by that ਵੇਰੀਏਬਲ, ਉਹਦਾ ਆਨਸਰ ਹੁੰਦਾ ਹੈ ਇੰਟੀਗ੍ਰੇਸ਼ਨ ਦਾ ਨੈਚੁਰਲ ਲੌਗ। ਨੈਚੁਰਲ ਲੌਗ ਦੇ ਲਈ ਆਪਾਂ ਨੀਚੇ ਇੱਕ ਸਮਾਲ e ਯੂਜ਼ ਕਰਦੇ ਹਾਂ, ਨੈਚੁਰਲ ਲੌਗ ਆਫ that ਵੇਰੀਏਬਲ। ਸੋ ਇਹ ਫਾਰਮੂਲਾ ਮੈਥਸ ਤੋਂ ਮੈਂ ਲਿਆ ਹੈ। ਸੋ ਇੰਟੀਗ੍ਰੇਸ਼ਨ ਦਾ ਫਾਰਮੂਲਾ ਇੱਧਰ ਮਾਈਨਸ ਲੈਮਡਾ ਐਜ਼ ਸੱਚ, ਔਰ ਜਦੋਂ ਵੀ ਆਪਣੇ ਕੋਲ ਇੰਟੀਗ੍ਰੇਸ਼ਨ ਹੋਵੇ, ਇੰਟੀਗ੍ਰੇਸ਼ਨ ਆਫ dt, ਇਹਦਾ ਰਿਜ਼ਲਟ ਕੀ ਆਉਂਦਾ ਹੈ, that is always t। ਸੋ ਇੱਥੇ ਆਪਣੇ ਕੋਲ ਸਿਰਫ ਕੀ ਬਚੇਗਾ, t। ਜਾਂ ਇਹਨੂੰ ਇਦਾਂ ਵੀ ਆਪਾਂ ਲੈ ਸਕਦੇ ਹਾਂ ਕਿ dt ਕੀ ਹੈ, ਵੈਰੀ ਸਮਾਲ ਚੇਂਜ। ਇੰਟੀਗ੍ਰੇਸ਼ਨ ਕੀ ਹੁੰਦੀ ਹੈ, ਬੇਸਿਕਲੀ ਸਾਰੇ ਛੋਟੇ ਪਾਰਟਸ ਨੂੰ ਜੋੜਨਾ। ਸੋ ਇੱਕ ਛੋਟਾ ਪਾਰਟ ਹੈ, ਉਹਦੀ ਇੰਟੀਗ੍ਰੇਸ਼ਨ ਕਰਾਂਗੇ, ਦੈਨ ਆਪਣੇ ਕੋਲ ਕੀ ਹੈ, ਕੰਪਲੀਟ ਆਂਸਰ ਆ ਜਾਏਗਾ। ਦੈਨ ਟੋਟਲ ਟਾਈਮ ਇੰਟਰਵਲ ਆਪਣੇ ਕੋਲ ਕੀ ਸੀ, that is small t। ਸੋ that is why ਇੱਥੇ ਕੀ ਆਏਗਾ, small t। then natural log of n is equals to minus lambda t। ਆਪਣੇ ਕੋਲ ਕੀ ਹੈ, ਇਹ ਰਿਜ਼ਲਟ ਆਇਆ ਹੈ।
ਸੋ ਇੱਥੇ ਮੈਂ ਇਹ ਦੋ ਟਰਮਸ ਲਿਖੀਆਂ ਪਲੱਸ ਆਲਸੋ ਤੁਸੀਂ ਮੈਥਸ ਦੇ ਵਿੱਚ ਇਹ ਵੀ ਦੇਖਿਆ ਹੋਏਗਾ ਕਿ ਜਦੋਂ ਵੀ ਆਪਾਂ ਇੰਟੀਗ੍ਰੇਸ਼ਨ ਕਰਦੇ ਹਾਂ ਨਾਲ ਹਮੇਸ਼ਾ ਆਪਾਂ ਇੱਕ ਚੀਜ਼ ਯੂਜ਼ ਕਰਦੇ ਹਾਂ ਦੈਟ ਇਜ਼ ਦ ਕਨਸਟੈਂਟ ਆਫ ਇੰਟੀਗ੍ਰੇਸ਼ਨ। ਸੋ ਇੱਥੇ ਜਦ ਮੈਂ ਇੰਟੀਗ੍ਰੇਸ਼ਨ ਕੀਤੀ ਉਸ ਤੋਂ ਬਾਅਦ ਰਾਈਟ ਸਾਈਡ ਤੇ ਮੈਂ ਕੀ ਲਿਖਾਂਗੀ ਕਨਸਟੈਂਟ ਆਫ ਇੰਟੀਗ੍ਰੇਸ਼ਨ ਦੈਟ ਇਜ਼ ਕੈਪੀਟਲ C। ਔਰ ਤੁਹਾਨੂੰ ਇਹ ਵੀ ਪਤਾ ਹੋਏਗਾ ਕਿ ਜਦ ਆਪਾਂ ਇੰਟੀਗ੍ਰੇਸ਼ਨ ਦੇ ਲਈ ਇੰਟੀਗ੍ਰੇਸ਼ਨ 'ਚ ਕਨਸਟੈਂਟ ਆਫ ਇੰਟੀਗ੍ਰੇਸ਼ਨ ਫਾਈਂਡ ਆਊਟ ਕਰਨਾ ਹੈ ਦੈਨ ਆਪਾਂ ਇਨੀਸ਼ੀਅਲ ਕੰਡੀਸ਼ਨਸ ਪੁੱਟ ਕਰਦੇ ਹਾਂ। ਸੋ ਇਨੀਸ਼ੀਅਲ ਕੰਡੀਸ਼ਨਸ ਕੀ ਹਨ ਕਿ ਜਦੋਂ ਆਪਣੇ ਕੋਲ ਟਾਈਮ 0 ਸੀ ਤਾਂ ਆਪਣੇ ਕੋਲ ਨੰਬਰ ਆਫ ਐਟਮਸ ਕਿੰਨੇ ਸੀ n ਨॉट। ਸੋ ਦੋਨੋਂ ਚੀਜ਼ਾਂ ਨੂੰ ਆਪਾਂ ਉੱਪਰ ਵਾਲੀ ਇਕੁਏਸ਼ਨ 'ਚ ਕੀ ਕਰਾਂਗੇ ਪੁੱਟ ਕਰਾਂਗੇ। ਸੋ log natural log of n ਦੀ ਜਗ੍ਹਾ ਪੁੱਟ ਕੀਤਾ n नॉट is equal to minus lambda t ਦੀ ਵੈਲਿਊ ਕੀ ਹੈ 0 plus capital C। ਸੋ ਇਹ ਵਾਲੀ ਟਰਮ ਤਾਂ ਆਪਣੀ 0 ਬਣ ਜਾਏਗੀ lambda into 0 is 0। ਸੋ ਆਪਣੇ ਕੋਲ capital C ਕਿਹਦੇ ਬਰਾਬਰ ਆ ਰਿਹਾ ਹੈ natural log of n नॉट। ਫਿਰ ਹੁਣ ਕੀ ਸਟੈਪ ਕਰਾਂਗੇ ਆਪਾਂ ਜਿਹੜੀ ਕੈਪੀਟਲ C ਦੀ ਵੈਲਿਊ ਕੱਢੀ ਹੈ ਇਹਨੂੰ ਮੰਨ ਲਓ ਇਕੁਏਸ਼ਨ 1 ਚ ਆਪਾਂ ਪੁੱਟ ਕਰਾਂਗੇ ਕੈਪੀਟਲ C ਦੀ ਵੈਲਿਊ ਨੂੰ ਦੈਟ ਇਜ਼ ਨੈਚੁਰਲ ਲੌਗ ਆਫ n ਨॉट ਜਿਹਦੇ ਨਾਲ ਆਪਣੇ ਕੋਲ ਪੂਰੀ ਇਕੁਏਸ਼ਨ ਬਣ ਰਹੀ ਹੈ ਨੈਚੁਰਲ ਲੌਗ ਆਫ ਕੈਪੀਟਲ N is equal to minus lambda t plus capital C ਦੀ ਵੈਲਿਊ that is natural log of n naught। ਸੋ ਇਸ ਤੋਂ ਬਾਅਦ ਥੋੜੀ ਜਿਹੀ ਫਿਰ ਰੀਅਰੇਂਜਮੈਂਟ ਕਰੀਏ। ਸੋ ਇਹ ਵਾਲੀ ਟਰਮ ਨੂੰ ਮੈਂ ਇੱਧਰ ਲੈ ਕੇ ਆ ਰਹੀ ਹਾਂ natural log of n। ਸੋ ਇਹ ਪੋਜ਼ਿਟਿਵ ਸੀ ਇੱਧਰ ਜਾ ਕੇ ਨੈਗੇਟਿਵ natural log of n naught ਰਾਈਟ ਸਾਈਡ ਤੇ ਕੀ ਬਚਿਆ minus lambda t। ਹੁਣ ਅਗੇਨ ਇੱਕ ਹੋਰ ਫਾਰਮੂਲਾ ਯੂਜ਼ ਕਰਾਂਗੀ log ਦਾ। ਸੋ log a plus log b ਕੀ ਹੁੰਦਾ ਹੈ log of a multiply by b। ਲੇਕਿਨ log a minus log b ਕੀ ਹੁੰਦਾ ਹੈ log of a upon b। ਸੋ ਇਹ ਮੈਥ ਦੇ ਫਾਰਮੂਲੇਸ ਹਨ ਜਿਹੜੇ ਮੈਂ ਯੂਜ਼ ਕਰ ਰਹੀ ਹਾਂ। ਸੋ ਇਸ ਤੋਂ ਬਾਅਦ ਮੈਂ ਲਿਖਾਂਗੀ ਇੱਥੇ natural log of this quantity over this n over n naught is equal to minus lambda t। then ਇੱਕ ਸਟੈਪ ਹੋਰ ਕਰੀਏ ਹੁਣ ਦੋਨੋਂ ਸਾਈਡ ਆਪਾਂ ਕੀ ਹੈ ਐਕਸਪੋਨੈਂਸ਼ੀਅਲ ਫੰਕਸ਼ਨ ਲੈਣਾ ਹੈ। ਸੋ ਐਕਸਪੋਨੈਂਸ਼ੀਅਲ ਮੀਨਸ ਆਪਾਂ ਸਮਾਲ e ਉਹਦੇ ਲਈ ਆਪਾਂ ਸਿੰਬਲ ਯੂਜ਼ ਕਰਦੇ ਹਾਂ ਔਰ ਆਪਾਂ ਨੂੰ ਪਤਾ ਹੈ ਕਿ ਜਿਹੜਾ ਨੈਚੁਰਲ ਲੌਗ ਹੁੰਦਾ ਹੈ ਔਰ ਜਿਹੜਾ ਐਕਸਪੋਨੈਂਸ਼ੀਅਲ ਫੰਕਸ਼ਨ ਹੁੰਦਾ ਹੈ ਇੱਕ ਦੂਜੇ ਦੇ ਇਨਵਰਸ ਫੰਕਸ਼ਨਸ ਹੁੰਦੇ ਹਨ। ਸੋ ਜਦ ਆਪਾਂ ਲੈਫਟ ਸਾਈਡ ਤੇ ਐਕਸਪੋਨੈਂਸ਼ੀਅਲ ਫੰਕਸ਼ਨ ਯੂਜ਼ ਕਰਾਂਗੇ ਉਹਦੇ ਨਾਲ ਲੌਗ ਕੈਂਸਲ ਹੋ ਜਾਏਗਾ। ਸੋ ਆਪਣੇ ਕੋਲ ਸਿਰਫ ਬਚੇਗਾ n by n naught ਔਰ ਇੱਧਰ ਐਕਸਪੋਨੈਂਸ਼ੀਅਲ ਫੰਕਸ਼ਨ ਜਿਹਨੂੰ ਕਿ e ਦੇ ਨਾਲ ਆਪਾਂ ਸ਼ੋ ਕਰਦੇ ਹਾਂ। ਸੋ ਐਕਸਪੋਨੈਂਟ ਆਫ ਮਾਈਨਸ ਲੈਮਡਾ t। ਸੋ ਦੋਨੋਂ ਸਾਈਡ ਮੈਂ ਕੀ ਕੀਤਾ ਐਕਸਪੋਨੈਂਟ ਫੰਕਸ਼ਨ ਲਿਆ log natural log ਤੇ exponent function are inverse of each other so ਉਹ cancel ਹੋ ਗਏ n by n naught is equal to exponent of minus lambda t ਤੇ last ਆਪਣੀ ਜਿਹੜੀ equation ਬਣੀ ਹੈ ਇੱਥੇ that is n is equal to n naught ਨੂੰ ਇੱਧਰ ਲੈ ਜਾਈਏ n naught exponent of minus lambda t। so that is the last equation। so expression ਆਪਣੇ ਕੋਲ ਆਇਆ ਹੈ n is equal to n naught exponent of minus lambda t। ਸੋ ਮੈਨੂੰ ਉੱਪਰ ਲਿਖਾਂ ਇੱਕ ਵਾਰ। ਸੋ ਇਹ ਕੀ ਦੱਸ ਰਿਹਾ ਹੈ ਆਪਾਂ ਨੂੰ n ਕੀ ਹੈ ਕਿ ਐਟ ਟਾਈਮ t ਆਪਣੇ ਕੋਲ ਸੈਂਪਲ ਦੇ ਵਿੱਚ ਕਿੰਨੇ ਐਟਮਸ ਬਚਣਗੇ ਜਿਨ੍ਹਾਂ ਦੀ ਡਿਸਇੰਟੀਗ੍ਰੇਸ਼ਨ ਨਹੀਂ ਹੋਈ ਹੈ ਜਿਨ੍ਹਾਂ ਦੀ ਡਿਕੇ ਨਹੀਂ ਹੋਈ ਤੇ that is equal to n naught ਮਤਲਬ ਜਿੰਨੇ ਸ਼ੁਰੂ ਚ ਐਟਮ ਸੀ ਆਪਣੇ ਕੋਲ exponent of minus lambda ਇੱਕ constant ਆ ਰਿਹਾ ਹੈ ਔਰ ਨਾਲ ਟਾਈਮ ਕਿਹੜਾ ਆ ਰਿਹਾ ਹੈ ਜਿਸ ਟਾਈਮ ਤੇ ਕੀ ਹੈ ਆਪਾਂ ਜਿੰਨੇ ਟਾਈਮ ਤੋਂ ਬਾਅਦ ਆਪਾਂ ਕੀ ਹੈ ਨੰਬਰ ਆਫ ਐਟਮਸ ਚੈੱਕ ਕਰ ਰਹੇ ਹਾਂ ਸੈਂਪਲ ਦੇ ਵਿੱਚ। ਸੋ ਇਹ ਆਪਣਾ ਕੀ ਹੈ ਬਹੁਤ ਇੰਪੋਰਟੈਂਟ ਐਕਸਪ੍ਰੈਸ਼ਨ ਹੈ। ਸੋ ਇਹਦੇ ਤੋਂ ਕੀ ਹੈ ਆਪਾਂ ਨੇਚਰ ਵੀ ਦੇਖ ਸਕਦੇ ਹਾਂ ਕਿ ਅਗਰ ਆਪਾਂ n naught ਨੂੰ ਪਲਾਟ ਕਰੀਏ ਵਿਦ ਰਿਸਪੈਕਟ ਟੂ t ਦੈਨ ਆਪਣਾ ਜਿਹੜਾ ਨੇਚਰ ਆਏਗਾ ਗ੍ਰਾਫ ਦਾ ਉਹ ਕਿੱਦਾਂ ਦਾ ਹੋਏਗਾ। ਸੋ ਨੈਕਸਟ ਆਪਾਂ ਹੁਣ ਦੇਖੀਏ ਕਿ ਗ੍ਰਾਫ ਕਿੱਦਾਂ ਦਾ ਬਣੇਗਾ ਇਹਦਾ। ਦੈਨ ਹੁਣ ਆਪਾਂ ਕੀ ਹੈ ਵੇਰੀਏਸ਼ਨ ਚੈੱਕ ਕਰਦੇ ਹਾਂ ਵੇਰੀਏਸ਼ਨ ਦੀ ਕਿਸ ਚੀਜ਼ ਦੀ ਨੰਬਰ ਆਫ ਐਟਮਸ ਲੈਫਟ ਵਿਦ ਰਿਸਪੈਕਟ ਟੂ ਟਾਈਮ। ਸੋ ਆਪਾਂ x ਐਕਸਿਸ ਤੇ ਲਵਾਂਗੇ ਟਾਈਮ और इधर नंबर ऑफ एटम्स लेफ्ट या फिर लेफ्ट अनडिकेड मतलब जेडे डिके नहीं हुए सो दैट इज कैपिटल N। सो अलोंग y एक्सिस देन इधर जो ग्राफ है अपने कोल सो मान लो अपने कोल इनिशियल नंबर ऑफ एटम्स ओ किन्ने सीगे n naught। सो n naught मैं इत्थे शो कीता। सो इत्थों दी ग्राफ अपना स्टार्ट हुंदा होया कुछ इस तरह दा आएगा। सो ये है वेरिएशन ऑफ
number of atoms left in the sample with respect to time. So clearly दिख रहा है कि जिमें जिमें अपना time की है time equals to 0 तो ਅੱਗੇ ਵੱਲ ਵਧਣਾ start ਹੋਇਆ. So time equals to 0 ਤੇ ਆਪਣੇ ਕੋਲ ਜਿਹੜੇ number of atoms ਸੀ ਸ਼ੁਰੂ ਚੋਂ ਕਿੰਨੇ ਸੀ n0. expression ਸ਼ੁਰੂ ਕਰਦੇ ਵੀ ਮੈਂ ਇਹੀ ਚੀਜ਼ ਬੋਲੀ ਸੀ ਕਿ ਜਦੋਂ time 0 ਹੈ ਆਪਣੇ ਕੋਲ number of atoms ਕਿੰਨੇ ਨੇ n0 ਨੇ. ਬਟ ਜਿਵੇਂ ਜਿਵੇਂ time ਆਪਣਾ ਅੱਗੇ ਵਧ ਰਿਹਾ ਹੈ ਸੋ ਇਸ time ਦੇ ਉੱਪਰ ਆਪਣੇ ਸੋ ਇਸ ਤਰ੍ਹਾਂ ਦਾ ਆਪਣਾ ਗ੍ਰਾਫ ਹੈ. ਸੋ ਆਪਣੇ ਕੋਲ ਥੋੜੇ ਘਟ ਗਏ ਥੋੜਾ ਹੋਰ ਅੱਗੇ ਟਾਈਮ ਗਿਆ ਫਿਰ ਥੋੜੇ ਘਟ ਗਏ. ਸੋ ਜਿਵੇਂ ਜਿਵੇਂ ਟਾਈਮ ਅੱਗੇ ਵਧਦਾ ਜਾ ਰਿਹਾ ਹੈ देयर इज ਫਾਲ. ਸੋ ਨੰਬਰ ਆਫ ਐਟਮਸ ਕੀ ਨੇ ਜਿਹੜੇ ਆਪਣੇ ਕੋਲ ਸੈਂਪਲ 'ਚ ਬਚ ਰਹੇ ਹਨ ਉਹ ਕੀ ਹਨ ਘਟਦੇ ਜਾ ਰਹੇ ਹਨ. ਬਟ ਦਾ ਜਿਹੜਾ ਵੇਰੀਏਸ਼ਨ ਆ ਰਹੀ ਹੈ ਦੈਟ ਇਜ਼ ਐਕਸਪੋਨੈਂਸ਼ੀਅਲ. ਜਿਵੇਂ ਕਿ ਆਪਾਂ ਐਕਸਪ੍ਰੈਸ਼ਨ ਤੋਂ ਵੀ ਦੇਖਿਆ ਐਕਸਪੋਨੈਂਟ ਆ ਰਿਹਾ ਹੈ. ਸੋ ਇੱਕ ਹੁੰਦੀ ਹੈ ਆਪਣੀ ਬਿਲਕੁਲ ਅਗਰ ਲੀਨੀਅਰ ਗ੍ਰਾਫ ਆਵੇ ਸੋ ਲੀਨੀਅਰ ਗ੍ਰਾਫ ਇਸ ਤਰ੍ਹਾਂ ਬਟ ਦੈਟ ਇਜ਼ ਐਕਸਪੋਨੈਂਸ਼ੀਅਲ ਮੀਨਸ ਵਿਦ ਦ ਪੈਸੇਜ ਆਫ ਟਾਈਮ ਜਿਵੇਂ ਜਿਵੇਂ ਟਾਈਮ ਚੇਂਜ ਹੋ ਰਿਹਾ ਹੈ ਪਾਸ ਹੋ ਰਿਹਾ ਹੈ ਉਹਦੇ ਨਾਲ ਕੀ ਹੈ ਜਿਹੜਾ ਆਪਣਾ ਫਾਲ ਆ ਰਿਹਾ ਹੈ ਡਾਇਰੈਕਟ ਨਹੀਂ ਹੈ ਬਟ ਬਹੁਤ ਸਲੋ ਕੀ ਹੈ ਉਹਦੇ ਵਿੱਚ ਵੇਰੀਏਸ਼ਨ ਆ ਰਹੀ ਹੈ ਦੈਟ ਇਜ਼ ਐਕਸਪੋਨੈਂਸ਼ੀਅਲ ਇਨ ਨੇਚਰ ਔਰ ਉਹ ਕੀ ਹੈ ਐਕਸਪ੍ਰੈਸ਼ਨ ਤੋਂ ਵੀ ਬਹੁਤ ਕਲੀਅਰ ਹੋ ਰਿਹਾ ਹੈ. ਸੋ ਇਹ ਹੈ ਆਪਣਾ ਗ੍ਰਾਫ. ਆਲਸੋ ਹੁਣ ਜਿਹੜੀ ਇਹ ਲਾਈਨ ਹੈ ਮੈਂ ਇਹਨੂੰ ਇੱਥੇ ਟੱਚ ਨਹੀਂ ਕਰਵਾਇਆ ਮੀਨ ਜਿਵੇਂ ਜਿਵੇਂ ਟਾਈਮ ਬੀਤਦਾ ਜਾ ਰਿਹਾ ਹੈ ਆਪਣੇ ਨੰਬਰ ਆਫ ਐਟਮਸ ਕੀ ਹਨ ਘਟਦੇ ਜਾ ਰਹੇ ਹਨ. ਸੋ ਕੁਛ ਇੱਕ ਟਾਈਮ ਤੋਂ ਬਾਅਦ ਆਲਮੋਸਟ ਕਾਂਸਟੈਂਟ ਰਹਿਣ ਤੋਂ ਬਾਅਦ ਨੀਚੇ ਵੱਲ ਜਾਏਗਾ ਗ੍ਰਾਫ ਲੇਕਿਨ ਮੈਂ ਇੱਥੇ ਕੱਟ ਨਹੀਂ ਕੀਤਾ. ਸੋ ਕੱਟ ਕਰਨ ਦਾ ਕੀ ਮਤਲਬ ਹੈ ਕਿ ਕੁਛ ਇੱਕ ਟਾਈਮ ਤੇ ਜਾ ਕੇ ਜਿਹੜੇ ਆਪਣੇ ਨੰਬਰ ਆਫ ਐਟਮਸ ਨੇ ਉਹ ਬਿਲਕੁਲ ਕੀ ਹੋ ਜਾਣਗੇ ਜ਼ੀਰੋ ਹੋ ਜਾਣਗੇ ਮਤਲਬ ਸੈਂਪਲ 'ਚ ਕੋਈ ਵੀ ਐਟਮ ਨਹੀਂ ਬਚੇਗਾ ਬਟ ਉਹ ਟਾਈਮ ਕੀ ਹੈ ਦੈਟ ਇਜ਼ ਵੈਰੀ ਵੈਰੀ ਲਾਰਜ. ਸੋ ਆਪਾਂ ਉਸ ਟਾਈਮ ਨੂੰ ਕੀ ਬੋਲਦੇ ਹਾਂ ਦੈਟ ਆਫਟਰ ਇਨਫਿਨਿਟੀ. ਸੋ ਮਤਲਬ ਇੰਨੇ ਟਾਈਮ ਤੋਂ ਬਾਅਦ ਜਾ ਕੇ ਜਦ ਟਾਈਮ ਇਨਫਿਨਿਟੀ ਹੋ ਜਾਏਗਾ ਉਦੋਂ ਕਿਤੇ ਜਾ ਕੇ ਆਪਣੇ ਜਿਹੜੇ ਨੰਬਰ ਆਫ ਐਟਮਸ ਹੋਣਗੇ ਉਹ ਕਿਤੇ ਜਾ ਕੇ ਉਦੋਂ ਜ਼ੀਰੋ ਹੋਣਗੇ. ਸੋ ਦੈਟ ਇਜ਼ ਵਾਈ ਮੈਂ ਉਹਨੂੰ ਇੱਥੇ ਗ੍ਰਾਫ ਤੇ ਐਸ ਸੱਚ ਸ਼ੋ ਨਹੀਂ ਕੀਤਾ ਬਿਕੋਜ਼ ਦੈਟ ਟਾਈਮ ਦੈਟ ਇਜ਼ ਵੈਰੀ ਵੈਰੀ ਲਾਰਜ. ਸੋ ਆਪਾਂ ਇੱਥੋਂ ਇਹ ਕਨਕਲੂਜਨ ਦੇ ਸਕਦੇ ਹਾਂ ਕਿ ਆਲਸੋ ਫਰੋਮ ਦਾ ਗ੍ਰਾਫ ਜਿਹੜਾ ਆਪਣੇ ਕੋਲ ਜਿਹੜੀ ਵੇਰੀਏਸ਼ਨ ਆ ਰਹੀ ਹੈ ਜਾਂ ਡਿਪੈਂਡੈਂਸ ਆ ਰਹੀ ਹੈ ਦੈਟ ਇਜ਼ ਐਕਸਪੋਨੈਂਸ਼ੀਅਲ ਇਨ ਨੇਚਰ. ਸੋ ਲਾਸਟ ਆਪਾਂ ਇੱਕ ਹੋਰ ਗੱਲ ਕਰੀਏ ਕਿ n is equal to n0 exponent of minus lambda t. So बाकी चीज़ें तो बहुत clear हैं. So initial number of atoms left in the sample after time t. exponent exponential function है मैथ्स ਆਪਾਂ बहुत use ਕਰਦੇ ਹਾਂ. time ਕੀ ਹੈ ਕਿ ਕਿੰਨੇ time ਤੋਂ ਬਾਅਦ ਆਪਾਂ ਉਹ ਚੀਜ਼ ਨੋਟ ਕੀਤੀ ਹੈ ਆਬਜ਼ਰਵੇਸ਼ਨ ਲਈ ਹੈ. ਹੁਣ ਲੈਮਡਾ ਸੋ ਲੈਮਡਾ ਬਾਰੇ ਮੈਂ ਫਿਲਹਾਲ ਹਜੇ ਇੰਨਾ ਹੀ ਦੱਸਿਆ ਹੈ ਕਿ ਦੈਟ ਇਜ਼ ਕਾਲਡ ਡਿਸਇੰਟੀਗ੍ਰੇਸ਼ਨ ਕਾਂਸਟੈਂਟ ਜਾਂ ਫਿਰ ਡੀਕੇ ਕਾਂਸਟੈਂਟ. ਇਹਨੂੰ ਹੁਣ ਡਿਫਾਈਨ ਕਿੱਦਾਂ ਕਰ ਸਕਦੇ ਹਾਂ. ਸੋ ਇਹਦੇ ਲਈ ਆਪਾਂ ਕੀ ਹੈ ਪਹਿਲਾਂ ਕੁਝ ਥੋੜੀ ਇੱਕ ਚੀਜ਼ ਕਰਕੇ ਦੇਖੀ. ਮੈਂ ਕੀ ਕਰਨ ਜਾ ਰਹੀ ਹਾਂ ਮੈਂ ਟਾਈਮ ਦੀ ਵੈਲਿਊ ਨੂੰ ਪੁੱਟ ਕਰ ਰਹੀ ਹਾਂ. ਸੋ ਆਫਟਰ ਟਾਈਮ 1/λ. ਸੋ ਮੈਂ ਇੱਥੇ ਕੀ ਪੁੱਟ ਕਰਾਂਗੀ ਟਾਈਮ ਇਜ਼ ਇਕੁਅਲ ਟੂ 1/λ. ਉੱਥੋਂ ਕੀ ਹੈ ਆਪਾਂ ਡਿਫਾਈਨ ਕਰ ਸਕਦੇ ਹਾਂ ਲੈਮਡਾ ਨੂੰ ਕਿ ਐਕਚੁਅਲ 'ਚ ਲੈਮਡਾ ਹੈ ਕੀ ਹੈ. ਸੋ ਅਗਰ ਮੈਂ ਟਾਈਮ ਨੂੰ ਪੁੱਟ ਕਰਦਾ 1/λ ਇਕੁਏਸ਼ਨ ਕੀ ਬਣੇਗੀ n is equal to n0 exponent of minus lambda as such into t ਦੀ ਵੈਲਿਊ 1/λ. ਸੋ ਇਹ ਸਾਰਾ ਐਕਸਪੋਨੈਂਟ ਦੇ ਵਿੱਚ ਹੈ ਐਕਸਪੋਨੈਂਟ ਦੀ ਪਾਵਰ ਦੇ ਵਿੱਚ ਹੈ. ਲੈਮਡਾ ਕੈਂਸਲ ਹੋ ਜਾਏਗਾ ਐਕਸਪੋਨੈਂਟ ਦੀ ਪਾਵਰ -1. ਸੋ n is equal to n0. ਸੋ ਐਕਸਪੋਨੈਂਟ ਦੀ ਪਾਵਰ -1 ਦਾ ਕੀ ਮਤਲਬ ਹੈ ਇਨਵਰਸ ਦੇ ਵਿੱਚ ਹੈ ਉਹ ਚੀਜ਼. ਸੋ ਉਹਨੂੰ ਮੈਂ ਡਿਨੋਮੀਨੇਟਰ 'ਚ ਲਿਖ ਸਕਦੀ ਹਾਂ by e. so e ਦੀ ਪਾਵਰ 1 ਹੋਗੀ ਬਿਕੋਜ਼ ਮੈਂ ਉਹਨੂੰ ਨੀਚੇ ਲਿਖਤਾ. ਸੋ n is equals to 1/e times n0. ਸੋ ਇੱਥੋਂ ਆਪਾਂ ਕੀ ਹੈ ਡੈਫੀਨੇਸ਼ਨ ਦਿੰਦੇ ਹਾਂ ਕਿਸ ਚੀਜ਼ ਦੀ ਰੇਡੀਓ ਐਕਟਿਵ ਕਾਂਸਟੈਂਟ. ਸੋ ਡਿਸਇੰਟੀਗ੍ਰੇਸ਼ਨ ਕਾਂਸਟੈਂਟ that is lambda. ਹੁਣ ਕਿੱਦਾਂ ਡਿਫਾਈਨ ਕਰਾਂਗੇ ਡਿਸਇੰਟੀਗ੍ਰੇਸ਼ਨ ਕਾਂਸਟੈਂਟ ਨੂੰ. ਸੋ ਡਿਸਇੰਟੀਗ੍ਰੇਸ਼ਨ ਕਾਂਸਟੈਂਟ of any element is reciprocal of time because ਆਪਾਂ time ਨੂੰ ਕੀ ਪੁੱਟ ਕੀਤਾ ਸੀ 1/λ. ਸੋ ਲੈਮਡਾ ਕੀ ਹੋਏਗਾ ਇੱਥੋਂ 1/t. ਸੋ ਲੈਮਡਾ ਵੀ 1/t ਹੋਏਗਾ. ਸੋ disintegration constant of any radioactive element is the reciprocal of time. Reciprocal means 1/t is the reciprocal of time at the end of which ਮਤਲਬ ਉਹ ਵਾਲੇ time ਦਾ reciprocal ਲੈਣਾ ਹੈ ਜਿਹੜਾ time ਖਤਮ ਹੋਣ ਤੋਂ ਬਾਅਦ ਆਪਣੇ ਕੋਲ ਸੈਂਪਲ ਦੇ ਵਿੱਚ ਕੀ ਹਨ ਕਿੰਨੇ ਐਟਮਸ ਬਚਣਗੇ 1/e times the initial number of atoms. ਥੋੜਾ ਜਿਹਾ ਈਜ਼ੀਲੀ ਐਕਸਪਲੇਨ ਕਰਾਂ ਕਿ ਆਪਣੇ ਕੋਲ ਇੱਕ ਸੈਂਪਲ ਹੈ ਸ਼ੁਰੂ 'ਚ n0 ਨੰਬਰ ਆਫ ਐਟਮਸ ਸੀ ਔਰ ਆਪਾਂ ਕੀ ਹੈ ਉਹਦੇ ਵਿੱਚ ਕਿੰਨੇ ਟਾਈਮ ਤੋਂ ਬਾਅਦ ਉਹਦੀ ਆਬਜ਼ਰਵੇਸ਼ਨ ਲੈ ਰਹੇ ਹਾਂ ਟਾਈਮ ਇਜ਼ ਇਕੁਅਲ ਟੂ 1/λ. ਦੈਨ ਆਪਣੇ ਕੋਲ ਕੀ ਹਨ ਜਿਹੜੇ ਫਾਈਨਲ ਨੰਬਰ ਆਫ ਐਟਮਸ ਆਏ ਕੈਪੀਟਲ N ਆਏ. ਦੈਨ ਜਿਹੜਾ ਲੈਮਡਾ ਹੈ ਉਹਨੂੰ ਕਿੱਦਾਂ ਡਿਫਾਈਨ ਕਰਾਂਗੇ ਲੈਮਡਾ ਇਜ਼ ਦਾ ਰੈਸੀਪ੍ਰੋਕਲ ਆਫ ਦੈਟ ਟਾਈਮ. ਸੋ ਉਹ ਟਾਈਮ ਜਿਹਦੇ ਵਿੱਚ ਆਪਣੇ ਨੰਬਰ ਆਫ ਐਟਮਸ ਰਿਡਿਊਸ ਹੋ ਗਏ 1/e times the initial number of atoms. So that is the disintegration constant या decay constant. So एक बार मैं इन्हों पूरी language ਦੇ ਵਿੱਚ ਵੀ explain ਕਰਾਂ because
ਕੁਐਸਚਨ ਜਦ ਆਂਦਾ ਹੈ ਤਾਂ ਤੁਸੀਂ ਪੇਪਰ 'ਚ ਉਹਨੂੰ ਪ੍ਰੋਪਰਲੀ ਉੱਦਾਂ ਹੀ ਐਕਸਪਲੇਨ ਕਰਨਾ ਹੈ। ਸੋ ਦੈਟ ਇਜ਼ ਦ disintegration constant of any radioactive element is the reciprocal of time at the end of which मतलब उस time ਦੇ end ਤੇ at the end of which the number of atoms left undecayed in the sample मतलब ਜਿਹੜੇ samples ਬਚ ਗਏ undecayed will be equal to 1 by e times the initial number of atoms ਸ਼ੁਰੂ ਵਾਲੇ atoms ਜਿਹੜੇ sample 'ਚ present ਸੀਗੇ। ਸੋ ਇਹ ਸੀ ਆਪਣੀ ਇਹਦੀ ਡੈਫੀਨੇਸ਼ਨ ਅਬਾਊਟ ਦਾ ਡਿਸਇੰਟੀਗ੍ਰੇਸ਼ਨ ਕਾਂਸਟੈਂਟ ਜਾਂ ਫਿਰ ਡਿਕੇ ਕਾਂਸਟੈਂਟ। ਸੋ ਇਹ ਕੀ ਹੈ, ਇੱਕ ਬਹੁਤ ਇੰਪੋਰਟੈਂਟ ਆਪਣਾ ਪੈਰਾਮੀਟਰ ਹੈ ਜਾਂ ਫਿਰ ਬਹੁਤ ਇੰਪੋਰਟੈਂਟ ਪੁਆਇੰਟ ਹੈ। ਨੈਕਸਟ ਆਪਾਂ ਹੁਣ ਕੁਝ ਹੋਰ ਚੀਜ਼ਾਂ ਕਰਨੀਆਂ ਨੇ ਜੋ ਆਪਾਂ ਹੁਣ ਨੈਕਸਟ ਲੈਕਚਰ ਸ਼ੁਰੂ ਕਰਾਂਗੇ, ਜਿਵੇਂ ਕਿ ਆਪਾਂ ਕੈਪੀਟਲ ਟੀ ਹਾਫ ਟਾਈਮ ਦੀ ਗੱਲ ਕਰਾਂਗੇ, ਲੈਮਡਾ ਦੇ ਨਾਲ ਕੀ ਰਿਲੇਸ਼ਨ ਹੈ ਉਹਦਾ, ਉਹ ਸਾਰੀਆਂ ਚੀਜ਼ਾਂ ਫਿਲਹਾਲ ਹੁਣ ਆਪਾਂ ਨੈਕਸਟ ਲੈਕਚਰ ਸ਼ੁਰੂ ਕਰਾਂਗੇ। ਅੱਜ ਆਪਾਂ ਜਸਟ ਗੱਲ ਕੀਤੀ ਹੈ ਅਬਾਊਟ ਦਾ ਲਾਜ਼ ਆਫ ਰੇਡੀਓ ਐਕਟਿਵ ਡਿਕੇ, ਜਿਹਦੇ ਵਿੱਚ ਇੱਕ ਮੋਸਟ ਇੰਪੋਰਟੈਂਟ ਲਾਅ ਸੀ ਦੈਟ ਇਜ਼ ਰੇਡੀਓ ਐਕਟਿਵ ਡਿਕੇ ਲਾਅ। ਔਰ ਉਸ ਤੋਂ ਬਾਅਦ ਆਪਾਂ ਇੱਕ ਐਕਸਪ੍ਰੈਸ਼ਨ ਦੇਖਿਆ n is equal to n naught exponent of minus lambda t ਔਰ ਉਹਦੀ ਵੇਰੀਏਸ਼ਨ ਦੇਖੀ ਬਿਟਵੀਨ ਕੈਪੀਟਲ N ਐਂਡ T। ਦੈਨ ਇੱਕ ਚੀਜ਼ ਹੋਰ ਡਿਫਾਈਨ ਕੀਤੀ ਹੈ ਮੈਂ ਦੈਟ ਇਜ਼ ਲੈਮਡਾ ਡਿਸਇੰਟੀਗ੍ਰੇਸ਼ਨ ਕਾਂਸਟੈਂਟ। ਸੋ ਫਿਲਹਾਲ ਅੱਜ ਦੇ ਲਈ ਅੱਜ ਆਪਾਂ ਇੰਨੇ ਹੀ ਕੰਮ ਕਰਾਂਗੇ, ਬਾਕੀ ਦਾ ਕੰਮ ਨੈਕਸਟ ਲੈਕਚਰ ਦੇ ਵਿੱਚ। ਥੈਂਕ ਯੂ।